जम के उल्ट भये हैं राम। दुख बिन से सुख कियो विश्राम। बैरी उल्ट भये हैं बीता। साकत उलट सुजन भय चीता। अब मोह सर्ब कुशल कर मनिया। शांत भई जब गोबिंद जानिया। रहाओ तन में होती कोट उपाद। उलट भई सुख सहज समाध। आप पछानै आपै आप। रोग ना व्यापै कीनो ताप। अब मन उल्ट सनातन हुआ। अब जानिया जब जीवत मुआ। कहो कबीर सुख सहज समावो। आप ना डरो ना अवर डरावो। कहो कबीर सुख सहज समावो। आप ना डरो ना अवर डरावो। वाहिगुरु जी का खालसा वाहिगुरु जी की फतेह। परम सन्मानयोग गुरु अकाल चवर शतर ਅਤੇ ਤਖਤ ਤੇ ਮਾਲਕ ਬਾਣੀ ਕੇ ਦੋਹੇ ਸਰਬ ਸਾਂਝੀ ਵਾਲਤਾ ਦੇ ਪ੍ਰਤੀ ਸ਼ਬਦ ਗੁਰੂ ਦਸਾਂਝ ਪਾਤਸ਼ਾਹਾਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਗੁਰਦੁਆਰਾ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਸਾਧ ਸੰਗਤ ਜੀਓ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤੱਕ ਤਿਆਗ ਕਰਕੇ ਹੁਕਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਪਿਆਰ ਵਾਲਿਆਂ ਤੋਂ ਆਸਾ ਦੀ ਬਾਤ ਦੇ ਸ਼ਬਦ ਕੀਰਤਨ ਸਰਵਣ ਕਰਕੇ ਰਾਹ ਪ੍ਰਾਪਤ ਕੀਤੇ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਦਿਲ ਖੋਲ੍ਹ ਸੇਵਾਵਾਂ ਮਿਟਾਵਾਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦੇ ਰੂਪ ਦਾ ਦਰੋ ਕਰੋ ਨਾਮ ਦਾ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਐਸੀ ਕਿਰਪਾ ਕਰਨ ਵੀ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਇਹ ਗੁਰੂ ਦਰਬਾਰ ਨਾਲ ਜੋ ਸਨੇਹ ਹੈ ਉਹ ਬਣਿਆ ਰਹੇ ਤਾਂ ਕਿ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਸਨਮਾਨਯੋਗ ਸਾਧ ਸੰਗਤ ਜਿਤਨੇ ਤੁਸੀਂ ਗੁਰੂ ਚਰਨਾਂ 'ਚ ਬੈਠੇ ਹੋ ਆਪ ਜੀ ਗਿਆਨ ਵਾਸਤੇ ਅਰਜ਼ ਕਰਦੇ ਹਾਂ ਕਿ ਇਸ ਵੇਲੇ 7:30 ਤੋਂ 8:30 ਵਜੇ ਤੱਕ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਹੋਇਆ ਕਰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਗੌੜੀ ਰਾਗ ਚੱਲ ਰਿਹਾ ਹੈ ਕਿਉਂਕਿ ਗੌੜੀ ਰਾਗ ਵਿੱਚ 12 ਮਹੀਨੇ ਔਰ ਉਸ ਤੋਂ ਪਹਿਲਾਂ ਪਹਿਲੇ ਪਾਤਸ਼ਾਹ, ਤੀਜੇ, ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਔਰ ਫਿਰ 12 ਨੇ ਚੌਥੇ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਦੀ ਔਰ ਅਖੀਰ ਵਿੱਚ ਫਿਰ ਭਗਤ ਬਾਣੀ ਹੁੰਦੀ ਹੈ।
ਇਹ ਭਗਤ ਬਾਣੀ ਜਦੋਂ ਸਮਾਪਤ ਹੋ ਗਈ ਤੇ ਰਾਗ ਵੀ ਬਦਲ ਜਾਏਗਾ, ਕਿਉਂਕਿ ਭਗਤਾਂ ਦੀ ਬਾਣੀ ਤਰਤੀਬ ਅਨੁਸਾਰ ਰਾਗ ਦੇ ਅੰਤ ਵਿੱਚ ਦਰਜ ਕੀਤੀ ਜਾਂਦੀ ਹੈ। ਹੁਣ ਇਹ ਜਿਹੜਾ ਆਪ ਜੀ ਨੇ ਅੱਜ ਦਾਸ ਪਾਸੋਂ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਜਿਹੜੀ ਦਮਦਮੀ ਬੀੜ ਜਿਹਨੂੰ ਕਹਿੰਦੇ ਨੇ, ਉਸ ਬੀੜ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ 326 ਅਤੇ 327 ਦੇ ਵਿੱਚ ਦਰਜ। ਹੁਣ ਜੋ ਕਿ ਗੁਰਬਾਣੀ ਦੇ ਹਰ ਸ਼ਬਦ ਵਿੱਚ ਸਾਡੇ ਵਾਸਤੇ ਕੋਈ ਨਾ ਕੋਈ ਮਿਲਵੇਂ ਪੰਜਵੇਂ ਰੂਪ ਵਿੱਚ ਉਪਦੇਸ਼ ਹੋਇਆ ਕਰਦਾ। ਸੋ ਅੱਜ ਦੇ ਇਹਨਾਂ ਬਚਨਾਂ ਵਿੱਚ ਵੀ ਬੜੀ ਡੂੰਘਾਈ ਨਾਲ ਇਨਸਾਨ ਦੀ ਬਹੁਤ ਵੱਡੀ ਪੇਚੀਦਾ ਔਰ ਜਟਲ ਸਮੱਸਿਆ ਦਾ ਸਮਾਧਾਨ ਸਾਨੂੰ ਬਖਸ਼ਿਸ਼ ਕੀਤਾ ਹੈ ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ। ਸੋ ਆਓ ਜਿਤਨੇ ਸਰੀਰ ਗੁਰੂ ਚਰਨਾਂ ਵਿੱਚ ਬਰਾਜੇ ਹੋ, ਆਪਾਂ ਇਹਨਾਂ ਪਾਵਨ ਬਚਨਾਂ ਨੂੰ ਕੁਝ ਮਿੰਟ ਵਾਸਤੇ, ਕਿਉਂਕਿ ਸਮਾਂ ਬਹੁਤ ਲੰਬਾ ਨਹੀਂ ਹੁੰਦਾ, ਹੁਣ ਜੇ ਘੜੀ ਤੇ ਵੇਖੀਏ ਤੇ 35-40 ਮਿੰਟ ਬਚੇ ਨੇ, तो ਇਹਨਾਂ 40-50 ਮਿੰਟਾਂ ਦੇ ਵਿੱਚ ਅਸੀਂ ਜਿਤਨੀ ਕੁ ਮਹਾਰਾਜ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ। ਇਹਨੂੰ ਸਮਝਣ ਤੋਂ ਪਹਿਲਾਂ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਮੈਂ ਜ਼ਰੂਰ ਕਰਦੇ ਹਾਂ ਵੀ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਦੇ ਸਾਈਨ ਬੋਰਡ ਤੇ ਉਹ ਕੁਝ ਲਿਖਿਆ ਹੋਵੇ ਜਿਹੜਾ ਸਾਡੇ ਤੋਂ ਪੜ੍ਹਿਆ ਹੀ ਨਾ ਜਾਵੇ। ਜੇ ਪੜ੍ਹਿਆ ਜਾਏ ਤੇ ਸਮਝਿਆ ਨਾ ਜਾਏ, ਫਿਰ ਉਹਦੇ ਲਿਖਣ ਦਾ ਕੋਈ ਮਾਇਨੇ ਨਹੀਂ ਰਹਿ ਜਾਂਦਾ। ਉਹ ਸੰਗਤ ਦੀ, ਪਬਲਿਕ ਦੀ ਸੁਵਿਧਾ ਵਾਸਤੇ ਹੈ ਵੀ ਤੁਸੀਂ ਕਿੱਧਰ ਜਾਣਾ ਹੈ, ਸਾਈਨ ਬੋਰਡ ਤੋਂ ਵੇਖਿਆ ਜਾ ਸਕੇ ਵੀ ਮੇਰੀ ਮੰਜ਼ਿਲ ਇਸ ਪਾਸੇ ਹੈ। ਤੇ ਜੇ ਪਿਆਰਿਓ ਉਹ ਮੰਜ਼ਿਲ ਅਸੀਂ ਪੜ੍ਹ ਲਈਏ, ਪੜ੍ਹ ਕੇ ਸਮਝ ਲਈਏ, ਉਹਨੂੰ ਫੋਲੋ ਕਰ ਲਈਏ ਤੇ ਮੰਜ਼ਿਲ ਤੇ ਪਹੁੰਚ ਜਾਈਦਾ। ਹੁਣ GPS ਤੇ ਬਾਜ਼ਾਰ ਵਿੱਚ ਆ ਗਿਆ ਹੈ, ਪਰ GPS ਹਰੇਕ ਬੰਦੇ ਨੂੰ ਆਪਰੇਟ ਕਰਨਾ ਨਹੀਂ ਆਉਂਦਾ, ਲਿਹਾਜ਼ਾ ਅਸੀਂ ਉਹਦਾ ਲਾਹਾ ਨਹੀਂ ਲੈ ਸਕਦੇ। ਇਹ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹਨਾਂ ਨੂੰ ਵੀ ਤੁਸੀਂ GPS ਦੀ ਸੈਂਸ ਵਿੱਚ ਲੈ ਸਕਦੇ ਹੋ, ਜਿਹਨੂੰ ਗਲੋਬਲ ਪੋਜੀਸ਼ਨਲ ਸਿਸਟਮ ਕਹਿੰਦੇ ਹੋ। ਜਿਸ ਤਰ੍ਹਾਂ ਉਹ ਭੂਗੋਲਿਕ ਪੱਖੋਂ ਸਾਰੀ ਪ੍ਰਿਥਵੀ ਤੇ ਸਾਡਾ ਮਾਰਗਦਰਸ਼ਨ ਕਰਦਾ, ਕਿਸੇ ਵੀ ਪ੍ਰਿਥਵੀ ਦੇ ਕੋਨੇ ਤੇ ਚਲੇ ਜੋ GPS ਆਪਣਾ ਕੰਮ ਕਰਦਾ। ਇਸ ਤਰ੍ਹਾਂ ਅਧਿਆਤਮਕ ਪੱਖੋਂ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। तो ਉਹਦਾ ਪਹਿਲਾ ਪ੍ਰਾਇਮਰੀ ਸਟੇਜ ਇਹ ਹੈ ਵੀ ਅਸੀਂ ਗੁਰਬਾਣੀ ਨੂੰ ਪੜ੍ਹਨਾ, ਜਾਂ ਜੇ ਨਹੀਂ ਪੜ੍ਹ ਸਕਦੇ ਤੇ ਸੁਣਨਾ। ਫਿਰ ਕੋਸ਼ਿਸ਼ ਕਰੀਏ ਵੀ ਉਹਦੇ ਮਾਇਨੇ ਕੀ ਨੇ, ਉਹਦੇ ਵਿੱਚ ਮੈਸੇਜ ਕੀ ਹੈ, ਔਰ ਫਿਰ ਜਿਹੜੇ ਭਾਗਾਂ ਵਾਲੇ ਨੇ ਉਹ ਤੇ ਭਾਈ ਉਹਦੇ ਤੇ ਅਮਲ ਵੀ ਸ਼ੁਰੂ ਕਰ ਦਿੰਦੇ ਨੇ। ਤੋ ਆਓ ਜਿਤਨੇ ਸਰੀਰ ਗੁਰੂ ਚਰਨਾਂ 'ਚ ਬੈਠੇ ਹੋ, ਹਜ਼ੂਰ ਦੇ ਸਨਮੁਖ ਨਤਮਸਤਕ ਹੋਣ ਲਈ ਬੇਬਲ ਹੋ। ਬੇਨਤੀ ਕਰਾਂਗਾ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਲਈ ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਬੇਨਤੀ ਪ੍ਰਵਾਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਬਦ ਦਾ ਸਿਰਲੇਖ ਅੱਜ ਵਾਲਾ ਖਾਸ ਕਰਕੇ ਬਹੁਤ ਸਵਾਦਲਾ ਤੇ ਬਹੁਤ ਗੌਰ ਨਾਲ ਸਮਝਣ ਵਾਲਾ। ਜਿਵੇਂ ਮੈਂ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਵੀ ਸ਼ਬਦ ਆਇਆ ਸੀ ਰਾਗ ਗੌੜੀ ਬਾਣੀ ਭਗਤ ਕਬੀਰ ਜੀਓ ਕੀ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਹੁਣ ਅੱਜ ਦੇ ਸ਼ਬਦ ਦੀ ਵੀ ਇੱਕ ਵਿਸ਼ੇਸ਼ਤਾ। ਕੀ ਵਿਸ਼ੇਸ਼ਤਾ ਹੈ? ਰਾਗ ਗੌੜੀ ਕਬੀਰ ਜੀ ਤੇ ਪਦੇ और ते तुके अचौपदे, और थले की लिखा है हिंदसे का दूआ पाया। ये मैं अर्ज करांगा जेडे अंदरले स्वरूप विचों आनंद लेंदे ने उन्हां दी ज्ञात वास्ते मैं अर्ज करां। हुण ये उचेचा जिहड़ा सरलेख है, इहदे च दो संकेत दिते ने भी एक ते जिहड़ा हेठ लिखिया शब्द है, शब्द नंबर 17 ते शब्द नंबर 18, एक कबीर जी का जिहड़ा शब्द है
ਤਿੰਨਾਂ ਤਿੰਨਾਂ ਪਦਿਆਂ ਦੇ ਸ਼ਬਦ ਨੇ ਤੇ ਹਰੇਕ ਪਦੇ ਦੀਆਂ ਚਾਰ ਚਾਰ ਤੁਕਾਂ ਨੇ। ਸ਼ਬਦ ਦੇ 3 ਪਦੇ ਨੇ ਔਰ ਚਾਰ ਚਾਰ ਤੁਕਾਂ ਨੇ। 4 ਤੀਏ 12 ਤੁਕਾਂ ਨੇ ਰਹਾਉ ਵਾਲੀਆਂ ਛੱਡ ਕੇ, ਉਹ ਜੁਦਾ ਨੇ। ਔਰ ਫਿਰ ਜਿਹੜੀ ਗੱਲ ਮੈਂ ਅਸਲ 'ਚ ਤੁਹਾਨੂੰ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੇਰੇ ਵਾਂਗੂ ਦਰਸ਼ਨ ਕਰ ਸਕੋ ਤੇ ਜਿੱਥੇ 4 ਤੁਕੇ ਲਿਖਿਆ ਹੈ, ਤੁਕੇ ਦੇ ਕੱਕੇ ਦੇ ਥੱਲੇ ਹਿੰਦਸੇ ਦਾ ਦੂਆ ਪਾਇਆ। ਹੁਣ ਇਹਦਾ ਕੀ ਮਤਲਬ? ਇਹ ਤੇ ਜੀ ਭਾਈ ਗੁਰਦਾਸ ਨੂੰ ਪਤਾ ਹੈ, ਇਹ ਤੇ ਜੀ ਗੁਰੂ ਸਾਹਿਬ ਨੂੰ ਪਤਾ ਹੈ, ਗੁਰਬਾਣੀ ਤੇ ਅਗਾਧ ਬੋਧ ਹੈ ਜੀ, ਸਾਨੂੰ ਗੁਰਬਾਣੀ ਬਾਰੇ ਕੀ ਪਤਾ? ਇਹ ਤੇ ਐਵੇਂ ਇੱਕ ਆਲਸੀ ਬੰਦਾ ਜਿਹੜਾ ਮਿਹਨਤ ਨਹੀਂ ਕਰਨੀ ਚਾਹੁੰਦਾ, ਫਿਰ ਉਹ ਫਾਰਕ ਜਿਹਾ ਹੋ ਜਾਂਦਾ ਵੀ ਲੋਕੀ ਕਹਿਣਗੇ ਵੇਖੋ ਗੁਰਬਾਣੀ ਦਾ ਕਿੰਨਾ ਸਤਿਕਾਰ ਕਰਦਾ। ਗੁਰਬਾਣੀ ਦਾ ਸਤਿਕਾਰ ਮੁਬਾਰਕ ਹੈ, ਪਰ ਇਹ ਨਹੀਂ ਵੀ ਜਿਹੜੀ ਗੁਰਬਾਣੀ ਲਿਖੀ ਉਹਦਾ ਗੁਰੂ ਸਾਹਿਬ ਨੂੰ ਪਤਾ, ਸਿੱਖ ਨੂੰ ਪਤਾ ਹੀ ਨਹੀਂ ਲੱਗ ਸਕਦਾ। ਤੇ ਪਤਾ ਹੀ ਨਹੀਂ ਲੱਗ ਸਕਦਾ ਤੇ ਉਚਾਰਨ ਕਦ ਨਹੀਂ ਕਰਨੀ ਸੀ। ਹੁਣ ਧਿਆਨ ਦਿਆ ਜੀ, ਇਹ ਜਿਹੜਾ ਸ਼ਬਦ ਨੰਬਰ 17 ਤੇ 18 ਹੈ, ਇਹ 2 ਸ਼ਬਦ ਹੀ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ 3-3 ਪਦੇ ਨੇ ਤੇ ਹਰ ਪਦੇ ਦੀਆਂ 4-4 ਤੁਕਾਂ ਨੇ। ਨਾ ਇਹ ਨਿਯਮ ਇਦੋਂ ਪਹਿਲਾਂ ਕੰਮ ਕਰਦਾ, ਨਾ ਇਹ ਨਿਯਮ ਇਦੋਂ ਬਾਅਦ ਵਿੱਚ ਕੰਮ। ਇਹ 2 ਤਾਂ ਪਾਇਆ ਵੀ ਇੱਕ ਤੇ ਇਹ ਸ਼ਬਦ ਜਿਹਦੇ ਥੱਲੇ ਪਾਇਆ ਤੇ ਇੱਕ ਇਦੋਂ ਅਗਲਾ ਸ਼ਬਦ। ਇਹਨਾਂ ਦੇ ਅੰਦਰਲੀ ਬੰਤਰ ਇਹ ਹੈ ਵੀ ਪਦੇ 3 ਨੇ ਔਰ ਤੁਕਾਂ 4-4 ਨੇ। ਇਹ ਹੁਣ ਦੂਆ ਜਿਹੜਾ ਪਾਇਆ, ਕਈ ਵਾਰ ਸੰਗਤ ਪੁੱਛਦੀ ਹੈ ਜਿਹੜੇ ਸਹਿਜ ਪਾਠ ਕਰਦੇ ਨੇ ਵੀ ਭਾਈ ਸਾਹਿਬ ਜੀ ਉਹ ਜਿਹੜਾ ਥੱਲੇ ਏਕਾ ਪਾਇਆ ਹੁੰਦਾ, ਦੂਆ ਪਾਇਆ ਹੁੰਦਾ, ਉਹ ਹੁਣ ਡਿਫਰੈਂਟ ਹੈ, ਕਿਸੇ ਅਲੱਗ ਜਗ੍ਹਾ ਤੇ ਕੁਝ ਅਲੱਗ ਪਾਇਆ ਤੇ ਦੇਖਣਾ ਪਏਗਾ ਵੀ ਉਹ ਕਿਉਂ ਪਾਇਆ। ਪਰ ਗੱਲ ਤੇ ਦਿਲਚਸਪੀ ਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਬੰਤਰ ਅੰਦਰ ਜੋ ਕੁਝ ਵੀ ਲਿਖਿਆ ਉਹਦਾ ਸਿੱਖ ਨੂੰ ਗਿਆਨ ਹੋਵੇ ਵੀ ਉਹ ਕਿਉਂ ਲਿਖਿਆ। ਬਿਨਾਂ ਮਤਲਬ ਦੇ ਤੇ ਕੁਝ ਲਿਖਿਆ ਨਹੀਂ। ਤਾਂ ਇਹ ਨੋਟਿਸ ਕਰਨ ਵਾਲੀ ਗੱਲ ਹੈ। ਇਹ 26 ਤੇ 27 326 ਤੇ 327 ਅੰਕ ਦੇ ਉੱਤੇ ਸ਼ਬਦ ਦਰਜ ਹੈ ਔਰ ਇਹ 17ਵੇਂ ਸ਼ਬਦ ਦੇ ਸਰਲੇਖ ਵਿੱਚ ਤੁਕੇ ਦੇ ਕੱਕੇ ਦੇ ਥੱਲੇ ਹਿੰਸੇ ਦਾ ਦੂਆ, ਇਹ ਵਿਲੱਖਣ ਕਿਸਮ ਦਾ ਸਰਲੇਖ ਹੈ। ਹੁਣ ਦਰਗਾਹੀ ਬੋਲ ਮੈਂ ਆਪ ਜੀ ਦੀ ਅਰਜ਼ ਕਰਾਂ। ਹਜ਼ੂਰ ਫਰਮਾਨ ਕਰ ਰਹੇ ਨੇ, ਜਮ ਤੇ ਉਲਟ ਭਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਵਿਸ਼ਰਾਮ। ਅਕਸਰ ਮੈਂ ਅਰਜ਼ ਕਰਨਾ ਵੀ ਇਹ ਮਹਿੰਗੀ ਬਾਣੀ ਹੈ, ਥੋੜਾ ਜਿਹਾ ਉਚੇਚਾ ਸੁਰਤ ਦੇ ਉੱਤੇ ਜ਼ੋਰ ਦੇਣਾ ਪੈਂਦਾ। ਪਰ ਕੁਝ ਦਿਨ ਦੇ ਲਈਏ ਤੇ ਫਿਰ ਇੱਕ ਤੇ ਦਿਮਾਗ ਹੈਪਚੁਅਲ ਹੋ ਜਾਂਦਾ, ਇੱਕ ਜਾਂਚ ਆ ਜਾਂਦੀ ਹੈ। ਜਿਵੇਂ ਮੈਥੇਮੈਟਿਕਸ ਨੂੰ ਰੱਟਾ ਨਹੀਂ ਆਣਾ, ਮੈਥੇਮੈਟਿਕਸ ਦੇ ਮੈਥਡ ਸਮਝ ਆ ਜਾਣ ਤੇ ਫਿਰ ਉਹ ਗੱਲ ਬਣ ਜਾਂਦੀ ਹੈ, 100 ਚੋਂ 100 ਵੀ ਆ ਜਾਂਦੇ। ਇਸੇ ਤਰ੍ਹਾਂ ਇਹਦੇ ਕੁਝ ਮੈਥਡ ਨੇ, ਗੱਲ ਸਮਝ ਵਿੱਚ ਆ ਜਾਏ ਸ਼ੁਰੂ ਵਿੱਚ 10-20 ਦਿਨ ਕਥਾ ਸੁਣ ਕੇ ਤੇ ਫਿਰ ਆਪਣੇ ਆਪ ਗੁੰਝਲਾਂ ਖੁੱਲ੍ਹਦੀਆਂ ਜਾਂਦੀਆਂ। ਹੁਣ ਜਮ ਸ਼ਬਦ ਜਿਹੜਾ ਹੈ ਬੜਾ ਡਰਾਵਣਾ। ਜਮ ਦਾ ਤੇ ਨਾਂ ਸੁਣ ਕੇ ਸਾਹ ਸੁੱਕ ਜਾਂਦੇ ਨੇ। ਜਮ ਤੇ ਉਲਟ ਭਏ ਹੈ ਰਾਮ। ਜਿਹੜੇ ਲੋਕ ਪਹਿਲਾਂ ਮੈਨੂੰ ਜਮਾਂ ਵਰਗੇ ਲੱਗਦੇ ਸਨ, ਪਹਿਲਾਂ ਮੈਨੂੰ ਜਮ ਦਿਸਦੇ ਸਨ ਵੀ ਇਹ ਤੇ ਮੇਰੇ ਵਾਸਤੇ ਜਮ ਨੇ, ਇਹ ਤੇ ਮੇਰੇ ਬੜੇ ਵਿਰੋਧੀ ਨੇ, ਮੇਰੇ ਦੁਸ਼ਮਣ ਨੇ, ਮੈਨੂੰ ਬਹੁਤ ਦੁੱਖ ਦਿੰਦੇ ਨੇ, ਤਕਲੀਫ ਦਿੰਦੇ ਨੇ, ਉਹ ਹੁਣ ਮੈਨੂੰ ਰੱਬ ਦਾ ਰੂਪ ਦਿਸਣ ਲੱਗ ਪਏ ਨੇ। ਜਿਹਨੂੰ ਮੈਂ ਕਹਿੰਦਾ ਸਾਂ ਇਹ ਜਮ ਮੈਨੂੰ ਕਿੱਥੋਂ ਚੰਬੜ ਗਿਆ, ਹੁਣ ਮੈਨੂੰ ਪਤਾ ਲੱਗਾ ਇਹ ਜਮ ਨਹੀਂ, ਇਹ ਤੇ ਰੱਬ ਹੈ। ਹੋਇਆ ਕਿ ਦ੍ਰਿਸ਼ਟੀ ਬਦਲ ਗਈ, ਨਜ਼ਰੀਆ ਬਦਲ ਗਿਆ। ਜਿਹੜੀ ਅੰਦਰ ਭਰਮ ਸੀ, ਜਿਹੜਾ ਅੰਦਰ ਭੁਲੇਖਾ ਸੀ, ਹੁਣ ਮਨੁੱਖ ਨੂੰ ਭੁਲੇਖਾ ਕੀ ਹੈ? ਫਲਾਣੇ ਵਿਅਕਤੀ ਕਰਕੇ ਮੈਨੂੰ ਦੁੱਖ ਮਿਲਦਾ, ਮੇਰੇ ਕੰਮ ਤੇ ਹੋ ਜਾਣੇ ਨੇ ਅੜਿੱਕਾ ਇਹ ਡਾਂਦਾ। ਇਹ ਹੀ ਨਹੀਂ, ਫਲਾਣੇ ਵਿਅਕਤੀ ਕਰਕੇ ਮੈਨੂੰ ਸੁੱਖ ਮਿਲਦੇ ਨੇ। ਕਿਸੇ ਵਿਅਕਤੀ ਕਰਕੇ ਤੈਨੂੰ ਨਾ ਦੁੱਖ ਮਿਲਦੇ ਨੇ ਨਾ ਤੈਨੂੰ ਸੁੱਖ ਮਿਲਦੇ ਨੇ। ਇੱਕ ਤੇ ਤੇਰੇ ਪੂਰਬਲੇ ਕਰਮ ਨੇ ਔਰ ਇੱਕ ਤੇਰੀ ਵਰਤਮਾਨ ਜਿਹੜੀ ਐਕਟੀਵਿਟੀ ਹੈ, ਉਹ ਮਿਕਸ ਹੋ ਜਾਂਦੀਆਂ ਨੇ, ਮੈਰਿਟ ਬਣ ਜਾਂਦੀ ਹੈ। ਇਨਸਾਨ ਦੀ ਫਿਤਰਤ ਇਹ ਹੈ ਵੀ ਜੇ ਅਸਫਲ ਹੋ ਜਾਏ ਤੇ ਕਿਸੇ ਵਿਅਕਤੀ ਨੂੰ ਦੋਸ਼ ਦਿੰਦਾ ਹੈ, ਸਫਲ ਹੋ ਜਾਏ ਤੇ ਉਹ ਸਿਹਰਾ
ਆਪਣੇ ਸਿਰ ਤੇ ਬੰਨ੍ਹਤਾ। ਇਹ ਵਿਡੰਬਣਾ ਕਰੋ। ਹੁਣ ਜਦੋਂ ਬਾਤ ਬਣ ਗਈ, ਉਦੋਂ ਜਿਹੜੇ ਜਮਾ ਵਰਗੇ ਲੱਗਦੇ ਸਨ ਪਿਆਰੇ, ਜਿਹੜੇ ਬੜੇ ਭਿਆਨਕ ਲੱਗਦੇ ਸਨ, ਜਿਹੜੇ ਵਿਰੋਧੀ ਲੱਗਦੇ ਸਨ, ਦੁੱਖ ਦੇਣ ਵਾਲੇ ਲੱਗਦੇ ਸਨ, ਹੁਣ ਉਹ ਹੀ ਪਰਮਾਤਮਾ ਦਾ ਸਰੂਪ ਲੱਗਣ ਲੱਗ ਪਏ। ਇਹ ਪਰਮਾਤਮਾ ਦਾ ਸਰੂਪ ਲੱਗਣ ਵਾਸਤੇ ਆਪਣੀ ਆਈਡੀਓਲੋਜੀ ਚੇਂਜ ਕਰਨੀ ਪੈਂਦੀ, ਬਾਹਰੋਂ ਕੁਛ ਨਹੀਂ ਬਦਲਣਾ ਪੈਂਦਾ। ਵੇਖੋ ਨਾ, ਪੈਰਾਂ ਵਿੱਚ ਕੰਡੇ ਚੁੱਭਣ ਤੇ ਸਾਰੀ ਧਰਤੀ ਤੇ ਕਾਰਪੈਟ ਵਿਛਾਣਾ, ਕਿੱਦਾਂ ਵਿਛਾ ਲਓਗੇ? ਸਾਰੀ ਧਰਤੀ ਦੇ ਉੱਤੇ ਗਲੀਚਾ ਨਹੀਂ ਵਿਛਾਇਆ ਜਾ ਸਕਦਾ, ਪਰ ਹਾਂ ਇੱਕ ਸੌਖਾ ਕੰਮ ਹੈ ਵੀ ਆਪਣੇ ਪੈਰਾਂ 'ਚ ਜੁੱਤੀ ਪਾ ਲਓ, ਕੰਮ ਖਤਮ। ਸਾਰੀ ਧਰਤੀ ਦੇ ਉੱਤੇ ਨਹੀਂ ਨਾ ਵਿਛਾਇਆ ਜਾ ਸਕਦਾ ਕੁਝ ਵੀ ਮੈਨੂੰ ਕੰਡੇ ਲਾ। ਤੁਸੀਂ ਸਾਰੀ ਦੁਨੀਆ ਨੂੰ ਨਹੀਂ ਬਦਲ ਸਕਦੇ, ਪੈਗੰਬਰ ਵੀ ਨਹੀਂ ਬਦਲ ਸਕਦੇ। ਆਪਣੀ ਆਈਡੀਓਲੋਜੀ ਹੀ ਬਦਲਣੀ ਪੈਂਦੀ ਹੈ, ਔਰ ਜਿਵੇਂ ਹੀ ਅੰਦਰੋਂ ਥਾਟ ਬਦਲਦਾ ਹੈ, ਸੋਚ ਬਦਲਦੀ ਹੈ, ਬਾਹਰੋਂ ਸਭ ਕੁਝ ਬਦਲ ਜਾਂਦਾ। ਜਿਹੜੇ ਜੰਮ ਦਿਸਦੇ ਨੇ ਉਹ ਰੱਬ ਦਾ ਰੂਪ ਦਿਸਣ ਲੱਗ ਪੈਂਦੇ। ਜਿਨ੍ਹਾਂ ਨੂੰ ਅਸੀਂ ਬੜੇ ਘਰੇਨਤ ਤੇ ਬੜੇ ਗਏ ਗੁਜਰੇ ਸਮਝਦੇ ਆ, ਉਹਨਾਂ ਵਿੱਚੋਂ ਗੁਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਦ੍ਰਿਸ਼ਟੀ ਬਦਲ ਜਾਂਦੀ ਹੈ। ਉਹ ਸਿਆਣੇ ਕਹਿੰਦੇ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿੱਦਾਂ ਦੀ ਅੱਖ ਹੈ, ਜਿੱਦਾਂ ਦਾ ਨਜ਼ਰੀਆ, ਉਦਾਂ ਦਾ ਸਾਰਾ ਕੁਝ ਹੋ ਜਾਂਦਾ। ਸੋ ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਬਿਸ਼ਰਾਮ। ਜਿਹੜੇ ਦੁੱਖ ਸਨ, ਜਦੋਂ ਮੇਰੀ ਆਈਡੀਓਲੋਜੀ ਬਦਲੀ ਤੇ ਉਹ ਮੇਰੇ ਦੁੱਖ ਵੀ ਸੁੱਖਾਂ ਵਿੱਚ ਰੂਪਾਂਤਰਿਤ ਹੋ ਗਏ। ਹੁਣ ਐਸਾ ਤੇ ਮਨੋਵਿਗਿਆਨੀ ਵੀ ਕਹਿੰਦੇ ਨੇ ਵੀ ਕਿਸੇ ਵਿਅਕਤੀ ਨਾਲ ਤੁਸੀਂ ਨਫ਼ਰਤ ਕਰੋ, ਤੁਸੀਂ ਸਮਝੋ ਵੀ ਇਹ ਮੇਰਾ ਵਿਰੋਧੀ ਹੈ, ਇਹ ਮੇਰੇ ਖਿਲਾਫ ਸਾਜ਼ਿਸ਼ਾਂ ਰਚ ਰਿਹਾ ਹੈ। ਉਹ ਨਹੀਂ ਵੀ ਰਚ ਰਿਹਾ, ਤੇ ਤੁਹਾਡੇ ਜਿਹੜੇ ਵੇਵਸ ਉਹਦੇ ਨਾਲ ਜਾ ਕੇ ਟਕਰਾਣਗੇ, ਉਹ ਜਦੋਂ ਵਾਪਸ ਆਉਣਗੇ ਤਾਂ ਨਫ਼ਰਤ ਲੈ ਕੇ, ਪਿਆਰ ਲੈ ਕੇ ਨਹੀਂ। ਔਰ ਕੋਈ ਵਿਅਕਤੀ ਸੱਚੀ ਮੁੱਚੀ ਤੁਹਾਡੇ ਨਾਲ ਨਫ਼ਰਤ ਕਰਦਾ ਹੈ, ਤੁਸੀਂ ਪਿਆਰ ਭਰੀ ਨਿਗਾਹ ਨਾਲ ਉਹਦੇ ਨਾਲ ਤੱਕੋ, ਪਿਆਰੇ ਪਿਆਰੇ ਬਚਨ ਕਰੋ, ਉਹਦੇ ਬਾਰੇ ਤੁਹਾਡੀ ਸੋਚ ਪੋਜ਼ਿਟਿਵ ਹੋਵੇ, ਯਕੀਨ ਜਾਣੋ। ਜੇ ਮੁਕੰਮਲ ਨਹੀਂ ਤੇ ਕੁਛ ਨਾ ਕੁਛ ਉਹਦੀ ਸੋਚ ਵਿੱਚ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ। ਇਹ ਮੈਂ ਨਹੀਂ ਕਹਿੰਦਾ, ਜਿਹੜੇ ਬੜੇ ਮੰਨੇ ਪ੍ਰਮੰਨੇ ਮਨੋਵਿਗਿਆਨੀ ਨੇ ਉਹ ਕਹਿੰਦੇ ਨੇ ਵੀ ਐਸਾ ਸੰਭਵ ਹੈ, ਪਰ ਉਹਦੇ ਲਈ ਯਤਨ ਕਰਨਾ ਪੈਂਦਾ ਹੈ। ਤੋ ਇਹ ਹੁੰਦਾ ਕਿਸ ਤਰ੍ਹਾਂ ਪਿਆਰਿਓ? ਇਹ ਅੰਦਰ ਨੂੰ ਬਦਲਣਾ ਪੈਂਦਾ ਹੈ। ਹੁਣ ਅੰਦਰ ਕਿਵੇਂ ਬਦਲੇ? ਇੱਕ ਸ਼ਬਦ ਗੁਰਬਾਣੀ ਚੋਂ ਉਹ ਜਾਚ ਸਿੱਖਣ ਲਈ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਸ਼ਬਦ ਸ਼ੁਰੂ ਹੁੰਦਾ ਹੈ, ਖਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਜ ਪਾਈ। ਖੱਟ ਕਹਿੰਦੇ ਨੇ 6 ਨੂੰ ਗੁਰਮੁਖ ਪਿਆਰਿਓ, ਖੱਟ ਕਹਿੰਦੇ 6 ਨੂੰ। ਇਹ ਜਿਹੜਾ ਸਰੀਰ ਹੈ 6 ਚੀਜ਼ਾਂ ਦਾ ਸੁਮੇਲ ਹੈ। 6 ਚੀਜ਼ਾਂ ਕਿਹੜੀਆਂ ਜੀ? 5 ਤੱਤ ਤੇ 6ਵਾਂ ਮਨ। ਮਨ ਇਹਨੂੰ ਭਜਾਈ ਫਿਰਦਾ ਜੀ, ਐਵੇਂ ਨਾ ਸਮਝਿਓ। ਜਦੋਂ ਕਿਸੇ ਵਿਅਕਤੀ ਦੀ ਡੈਥ ਹੁੰਦੀ ਹੈ ਨਾ, ਮਨ ਨਹੀਂ ਮਰਦਾ। ਥੋੜਾ ਜਿਹਾ ਸੁਰ ਤੇ ਉਚੇਚਾ ਜ਼ੋਰ ਦੇ ਕੇ ਮੇਰੀ ਬੇਨਤੀ ਸੁਣਿਓ, ਮਨ ਨਹੀਂ ਮਰਦਾ। ਤੁਸੀਂ ਵੇਖਿਆ ਵੀ ਕਦੀ ਕਦੀ ਪਲੇਨ ਜਿਹੜੇ ਨੇ ਉਹ ਕ੍ਰੈਸ਼ ਹੋ ਜਾਂਦੇ ਨੇ, ਫਿਰ ਖੋਜ ਹੁੰਦੀ ਹੈ, ਹੈਲੀਕਾਪਟਰ ਲੈ ਕੇ ਉਹਦਾ ਮਲਬਾ ਲੱਭਦੇ ਨੇ, ਲਾਸ਼ਾਂ ਲੱਭਦੇ ਨੇ। ਉਹਦੇ ਵਿੱਚ ਇੱਕ ਬਲੈਕ ਬਾਕਸ ਹੁੰਦਾ। ਬਲੈਕ ਬਾਕਸ ਹੁੰਦਾ ਯੈਲੋ ਹੈ, ਪਰ ਪਤਾ ਨਹੀਂ ਕਿਉਂ ਉਹਨੂੰ ਬਲੈਕ ਬਾਕਸ ਕਹਿੰਦੇ, ਹੁੰਦਾ ਯੈਲੋ। ਉਹ ਬਲੈਕ ਬਾਕਸ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਵੀ ਜਹਾਜ਼ ਵਿੱਚ ਜੋ ਜੋ ਕੁਝ ਹੁੰਦਾ ਹੈ ਉਹਦੇ ਵਿੱਚ ਰਿਕਾਰਡ ਹੁੰਦਾ ਰਹੇ, ਇੱਕ ਵੀ ਚੀਜ਼ ਖੁੰਝਦੀ ਨਹੀਂ। ਔਰ ਜਦੋਂ ਕੋਈ ਜਹਾਜ਼ ਨਾਲ ਹਾਦਸਾ ਹੁੰਦਾ ਫਿਰ ਬਲੈਕ ਬਾਕਸ ਨੂੰ ਲੈ ਕੇ ਜਾਂਦੇ ਨੇ, ਉਹਦੇ ਚੋਂ ਪਤਾ ਲੱਗਦਾ ਹੈ ਵੀ ਜਹਾਜ਼ ਕ੍ਰੈਸ਼ ਕਿਉਂ ਹੋਇਆ ਸੀ। ਸਭ ਕੁਝ ਤਹਿਸ ਨਹਿਸ ਹੋ ਜਾਂਦਾ ਹੈ। 30,000 35,000 ਫੁੱਟ ਆਕਾਸ਼ ਦੇ ਵਿੱਚ ਕੋਈ ਨਹੀਂ ਦੇਖ ਰਿਹਾ, ਸਭ ਤਹਿਸ ਨਹਿਸ ਹੋ ਜਾਂਦਾ, ਪਰ ਬਲੈਕ ਬਾਕਸ ਆਪਣੇ ਵਿੱਚ ਸਭ ਕੁਝ ਕਹਿ ਰਿਹਾ। ਮਨੁੱਖ ਖਤਮ ਹੋ ਜਾਂਦਾ, ਪਰ ਸਾਡੇ ਅੰਦਰ ਇੱਕ ਬਲੈਕ ਬਾਕਸ ਹੈ ਜਿਹਦਾ ਨਾਮ ਹੈ ਮਨ। ਇਹ ਮਨ ਖਤਮ ਨਹੀਂ ਹੁੰਦਾ। ਔਰ ਹੈਰਾਨੀ ਦੀ ਗੱਲ ਹੈ, ਆਤਮਾ ਦੇ ਨਾਲ ਨਿਕਲ ਜਿਵੇਂ ਆਤਮਾ ਵਿੱਚੋਂ ਨਿਕਲ ਕੇ ਉਡਾਰੀ ਮਾਰਦੀ ਹੈ ਨਾ, ਉਹਦੇ ਪਿੱਛੇ ਪਿੱਛੇ ਚਲਾ ਜਾਂਦਾ, ਕਹਿੰਦਾ ਮੈਂ ਵੀ ਤੇਰਾ ਸਾਥੀ ਹਾਂ। ਇਹਨੂੰ ਹਜ਼ੂਰ ਬਾਣੀ ਤਸਦੀਕ ਕਰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ 100 ਹੋ। ਇਹ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ। ਜਿਵੇਂ ਤੇਲੀ ਦੇ ਕੋਲ ਕੱਪੜਾ ਹੁੰਦਾ ਨਾ, ਪੋਚਾ ਜਿਹਾ, ਉਹ ਹੱਥ ਵੀ ਪੂੰਝ ਲੈਂਦਾ, ਇੱਧਰ ਵੀ ਮਾਰ ਲਿਆ, ਇੰਨਾ ਤੇਲ ਰਚ ਜਾਂਦਾ ਉਹਦੇ ਚ, ਫਿਰ ਪਾਣੀ ਨਾਲ ਧੋ ਕੇ ਨਿਚੋੜ ਲਿਆ, ਫਿਰ ਮਾਰ ਲਿਆ।
ਉਹਦੇ ਧਾਗਿਆਂ ਦੇ ਵਿੱਚ, ਤੰਦਾਂ ਦੇ ਵਿੱਚ ਇੰਨੀ ਮੈਲ ਪੈ ਜਾਂਦੀ ਹੈ ਵੀ ਹੁਣ ਸਧਾਰਨ ਪਾਣੀ ਨਾਲ ਧੋਤਿਆਂ ਉਹਦਾ ਨਹੀਂ ਸਰਦਾ। ਤੇ ਸੜਦੇ ਬਲਦੇ ਪਾਣੀ ਵਿੱਚ ਸਰਫ ਪਾ ਕੇ ਉਹਨੂੰ ਡੋਬੀਏ ਤੇ ਫਿਰ ਉਹਦਾ ਥਿੰਦਾ ਨਿਕਲਦਾ, ਉਂਝ ਕੋਈ ਨਹੀਂ ਨਿਕਲਦਾ। ਇਹੀ ਹਾਲ ਸਾਡੇ ਮਨ ਦਾ ਹੈ ਵੀ ਇਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਏ, ਇਹ ਤੇ ਤੇਲੀ ਦੇ ਉਸ ਕੱਪੜੇ ਵਰਗਾ ਹੋ ਗਿਆ ਜਿਹਦੇ ਨਾਲ ਉਹ ਤੇਲ ਇਤਿਆਦਿਕ ਤੇ ਆਪਣੇ ਉਹ ਸਾਰੇ ਸਿਸਟਮ ਨੂੰ ਪੂੰਝਦਾ ਤੇ ਪੂੰਝਦਿਆਂ ਉਹ ਕੱਪੜਾ ਜਿਹੜਾ ਬਹੁਤ ਜ਼ਿਆਦਾ ਥਿੰਦਾ ਹੋ ਜਾਂਦਾ। ਜਨਮ ਜਨਮ ਦੀ ਇਸ ਮਨ ਕੋ ਮਨ ਲੱਗੀ, ਕਿਉਂਕਿ ਪਿਛਲੇ ਜਨਮ ਵਿੱਚ ਵੀ ਇਹ ਹੀ ਸੀ, ਪਿਛਲੇ ਜਨਮ ਚ ਉਦੋਂ ਪਿਛਲੇ ਚ ਉਦੋਂ ਪਿਛਲੇ ਚ ਉਦੋਂ ਪਿਛਲੇ ਇਹੋ ਹੀ ਸੀ। ਇਹ ਨਹੀਂ ਬਦਲਦਾ, ਆਤਮਾ ਦੇ ਨਾਲ ਹੀ ਰਹਿੰਦਾ। ਸਾਨੂੰ ਪਤਾ ਤਾਂ ਨਹੀਂ ਲੱਗਦਾ ਵੀ ਜਿਵੇਂ ਹੀ ਅਗਲਾ ਜਨਮ ਦਿੰਦਾ ਹੈ ਪਿਛਲੀ ਸਾਰੀ ਮੈਮੋਰੀ ਡਿਲੀਟ ਕਰ ਦਿੰਦਾ। ਜਿਵੇਂ ਮੋਬਾਈਲ ਵਿੱਚੋਂ ਆਪਾਂ ਜ਼ਿਆਦਾ ਉਹਦੇ ਚ ਭਰਦੇ ਆ ਤੇ ਉਹਨੂੰ ਡਿਲੀਟ ਕਰ ਦਿੰਦੇ ਆ ਵੀ ਹੁਣ ਮੋਬਾਈਲ ਸਲੋ ਹੋ ਗਿਆ, ਉਹ ਸਾਰਾ ਪੂੰਝਿਆ ਜਾਂਦਾ। ਇਸ ਤਰ੍ਹਾਂ ਵਾਹਿਗੁਰੂ ਸਾਡੀ ਮੈਮਰੀ ਡਿਲੀਟ ਕਰ ਲੈਂਦਾ, ਆਪਣੇ ਰਿਕਾਰਡ ਵਿੱਚ ਸਾਰਾ ਕੁਝ ਰੱਖਦਾ। ਮੈਮਰੀ ਡਿਲੀਟ ਤਾਂ ਕਰਦਾ ਹੈ ਵੀ ਪਿਛਲੇ ਜਨਮ ਦੀ ਇਹਨੂੰ ਯਾਦ ਆਉਂਦੀ ਰਹੀ ਤੇ ਦੁਖੀ ਹੁੰਦਾ ਰਹੇਗਾ। ਇਸ ਜਨਮ ਦੇ ਦੁੱਖ ਬਥੇਰੇ ਨੇ, ਪਿਛਲੇ ਦੀ ਤੇ ਡਿਲੀਟ ਹੀ ਕਰਦੇ, ਬਹੁਤ ਜ਼ਿਆਦਾ ਦੁਖੀ ਹੋ ਜਾਏ। ਹੁਣ ਇਹ ਜਿਹੜਾ ਮਨ ਹੈ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਮੌਜੂਦ ਹੈ। ਇਹ ਸਾਡਾ ਸਰੀਰ ਪੰਜਾਂ ਤੱਤਾਂ ਦਾ ਹੈ। ਪ੍ਰਧਾਨ ਤੱਤ ਇਹਦੇ ਚ ਪਾਣੀ ਹੈ। ਸਾਧ ਸੰਗਤ, ਅੱਜ ਇਹ ਮੇਰਾ ਵਿਸ਼ਾ ਨਹੀਂ ਮੈਡੀਕਲ ਸਾਇੰਸ ਦਾ, ਪਰ ਕਿਉਂਕਿ ਸਤਿਗੁਰੂ ਨੇ ਸਾਨੂੰ ਸਰੀਰਕ ਪੱਖੋਂ ਵੀ ਰਿਸ਼ਟ ਪੁਸ਼ਟ ਰਹਿਣ ਲਈ ਕਿਹਾ ਹੈ, ਇਸ ਲਈ ਕਦੀ ਕਦਾਈ ਥੋੜੀ ਜਿਹੀ 1-2 ਮਿੰਟ ਇਹ ਵੀ ਗੱਲ ਹੋ ਜਾਂਦੀ, ਕੋਈ ਹੱਦ ਨਹੀਂ। ਸਾਡਾ ਸਰੀਰ ਵਿੱਚ ਪ੍ਰਧਾਨ ਤੱਤ ਪਾਣੀ ਹੈ। ਜਿਤਨੀਆਂ ਬਿਮਾਰੀਆਂ ਨੇ ਉਹ ਤਾਂ ਹੁੰਦੀਆਂ ਨੇ ਜਦੋਂ ਤੱਤ ਅਨਬੈਲੈਂਸ ਹੋ ਜਾਂਦੇ। ਪਾਣੀ ਜਿੰਨਾ ਹੋਣਾ ਚਾਹੀਦਾ ਉਦੋਂ ਵੱਧ ਗਿਆ ਜਾਂ ਘਟ ਗਿਆ, ਬੰਦਾ ਬਿਮਾਰ ਹੋ ਜਾਏਗਾ। ਅਗਨੀ ਜਿੰਨੀ ਹੋਣੀ ਚਾਹੀਦੀ ਹੈ ਉਹ ਵੱਧ ਗਈ ਹੈ ਜਾਂ ਘਟ ਗਈ ਹੈ, ਬੰਦਾ ਬਿਮਾਰ ਹੋ ਜਾਏਗਾ। ਵਾਯੂ, ਹੁਣ ਜਿੰਨੇ ਹੱਡੀਆਂ ਦੇ ਰੋਗ ਨੇ ਕੀ ਹੈ, ਵਾਯੂ ਰੋਗ ਹੈ। ਜਿੱਥੇ ਹਵਾ ਅਟਕ ਜਾਂਦੀ ਹੈ ਉੱਥੇ ਦਰਦ ਹੁੰਦੀ ਹੈ, ਚਾਹੇ ਉਹ ਡਿਸਕ ਦੀ ਪ੍ਰੋਬਲਮ ਹੈ, ਚਾਹੇ ਉਹ ਗੋਡਿਆਂ ਦੀ ਪ੍ਰੋਬਲਮ ਹੈ, ਚਾਹੇ ਉਹ ਮੋਢਿਆਂ ਦੀ, ਹੋਰ ਕੁਝ ਵੀ ਨਹੀਂ। ਜਿੱਥੇ ਵਾਯੂ ਅਟਕ ਜਾਂਦੀ, ਹਵਾ ਜ਼ਰੂਰਤ ਤੋਂ ਜ਼ਿਆਦਾ ਹੋਈ ਹੈ ਬੋਡੀ 'ਚ, ਉਹ ਦਰਦ ਕਰੇਗੀ। ਹੁਣ ਇਹ ਤੱਤਾਂ ਨੂੰ ਬੈਲੈਂਸ ਕਰਕੇ ਰੱਖਣਾ ਇਹੀ ਤੰਦਰੁਸਤੀ ਹੈ। ਔਰ ਪ੍ਰੋਪਰ ਟ੍ਰੀਟਮੈਂਟ ਜਿਹੜਾ ਹੈ ਉਹ ਸਾਡੇ ਦੇਸ਼ ਦੀ ਪੁਰਾਣੀ ਪੱਧਤੀ ਹੈ ਆਯੁਰਵੇਦ। ਐਲੋਪੈਥ ਇੱਕ ਰੋਗ ਨੂੰ ਦੂਰ ਕਰਦੀ ਹੈ, 4-5 ਰੋਗ ਪਿੱਛੇ ਛੱਡ ਕੇ ਵੀ ਜਾਂਦੀ ਹੈ। ਆਯੁਰਵੇਦ ਲੰਬਾ ਟ੍ਰੀਟਮੈਂਟ ਤੇ ਆਰ ਪਾਰ ਕਰਨਾ ਪੈਂਦਾ ਹੈ, ਕਾੜਾ ਬਣਾਉਣਾ ਪੈਂਦਾ ਹੈ, ਲੈਣਾ ਪੈਂਦਾ ਹੈ ਤੇ ਹਮਾਮ ਦਸਤੇ ਚੀਜ਼ਾਂ ਕੁੱਟਣੀਆਂ ਪੈਂਦੀਆਂ ਨੇ, ਕੁੜੀਆਂ ਬਣਾਉਣੀਆਂ ਪੈਂਦੀਆਂ। ਅਸੀਂ ਪੱਤਾ ਸਰਾਣੇ ਰੱਖ ਲੈਂਦੇ ਹਾਂ, ਗੋਲੀ ਕੱਢੀ ਖਾਧੀ ਤੇ ਚਲੋ ਕੰਮ ਖਤਮ, ਆਲਸੀ ਹੋ ਗਏ। ਅਸਲ ਟ੍ਰੀਟਮੈਂਟ ਆਯੁਰਵੇਦ। ਤੱਤਾਂ ਦਾ ਬੈਲੈਂਸ ਹੋ ਜਾਏ, ਜਿੰਨਾ ਪਾਣੀ ਚਾਹੀਦਾ ਹੈ। ਪਾਣੀ ਜ਼ਿਆਦੀ ਸਮੱਸਿਆ ਪਾਣੀ ਦੀ ਘਾਟ ਕਰਕੇ, ਔਰ ਜਿਹੜਾ ਪਾਣੀ ਡਾਕਟਰ ਕਹਿੰਦੇ ਨੇ ਪਾਣੀ ਜ਼ਿਆਦਾ ਪੀਓ। ਹੁਣ ਜਦੋਂ ਆਰਓ ਚੋਂ ਪਾਣੀ ਪੀਂਦੇ ਆ ਉਹਦੇ ਵਿੱਚ ਰੋਗ ਪੈਦਾ ਕਰਨ ਵਾਲੀਆਂ ਚੀਜ਼ਾਂ ਤੇ ਕੱਢ ਦਿੱਤੀਆਂ, ਪਰ ਜਿਨ੍ਹਾਂ ਨੇ એનર્ਜੀ ਦੇਣੀ ਉਹ ਵੀ ਕੱਢ ਦਿੱਤੀਆਂ। ਹੁਣ ਆਰਓ ਦਾ ਪਾਣੀ ਵੀ ਬਿਮਾਰੀ ਹੈ। ਮੇਰਾ ਵਿਸ਼ਾ ਨਹੀਂ, ਪਰ ਮੈਂ ਖਿਮਾ ਮੰਗ ਕੇ ਬੇਨਤੀ ਇੰਨੀ ਕੁ ਕਰਦੇ ਹਾਂ, ਤੰਦਰੁਸਤ ਰਹਿਣ ਦਾ ਇੱਕੋ ਹੀ ਤਰੀਕਾ ਵੀ ਕਿੰਨਾ ਕੁ ਪਾਣੀ ਅਸੀਂ ਪੀਂਦੇ ਹਾਂ। ਵੱਧ ਤੋਂ ਵੱਧ 3 ਲੀਟਰ 4 ਲੀਟਰ 5 ਲੀਟਰ ਪਾਣੀ ਘਰ 'ਚ ਪੂਰਾ ਆ ਜਾਂਦਾ। ਸਭ ਤੋਂ ਵਧੀਆ ਪਾਣੀ ਸ਼ੁੱਧ ਪਾਣੀ, ਉਬਲਿਆ ਹੋਇਆ ਪਾਣੀ। 8 ਪਾਰਾਂ 'ਚ ਇੱਕ ਵਾਰ 4-5 ਲੀਟਰ ਪਾਣੀ ਉਬਾਲ ਕੇ ਤੇ ਕੋਰਾ ਘੜਾ ਰੱਖਿਆ ਹੋਵੇ, ਜਦੋਂ ਨਾਰਮਲ ਹੋ ਜਾਏ ਉਹਦੇ 'ਚ ਪਾ ਜਾਓ, ਉਹ 'ਚੋਂ ਕੱਟ ਕੇ ਪੀਤੀ ਜਾਓ। 90% ਬਿਮਾਰੀਆਂ ਉਧਰ ਹੀ ਕਰਦੇ ਨੇ। ਔਰ ਫਿਰ ਮਿਨਰਲ ਵਾਟਰ ਜਿਹੜਾ ਉਹ ਸਾਨੂੰ ਫਰੂਟ 'ਚੋਂ ਮਿਲਦਾ, ਸਲਾਦ 'ਚੋਂ ਮਿਲਦਾ। ਜਿਹੜਾ ਸੇਬਾਂ ਦੇ ਵਿੱਚ ਪਾਣੀ ਹੈ, ਫਲਾਂ 'ਚ ਪਾਣੀ ਹੈ, ਉਸ ਪਾਣੀ ਦਾ ਕੋਈ ਮੁਕਾਬਲਾ ਨਹੀਂਗਾ, ਉਹਦੀ ਕੋਈ ਕੀਮਤ ਨਹੀਂ। ਔਰ ਉਹਦੇ ਭਾਅ ਧੱਕੇ ਖਾਂਦੇ ਫਿਰਦੇ ਨੇ। ਫਰੂਟ ਜਿਹੜਾ 50 ਰੁਪਏ ਕਿਲੋ, 20 ਰੁਪਏ ਕਿਲੋ ਤੇ ਆਟਾ ਹੈ। ਹੁਣ ਅਸੀਂ ਇਕੱਠੇ ਡਰਮ ਭਰ ਲੈਂਦੇ ਹਾਂ, 100 ਰੁਪਏ ਕਿਲੋ ਸੇਬ ਲੈਣੇ ਹੋਣ ਤੇ ਥੋੜਾ ਜਿਹਾ ਮਸੂਮ ਬੜੇ ਮਹਿੰਗੇ, ਭਾਈ ਘੱਟ ਕਰ ਲੈ। ਤਾਂ ਤੱਤਾਂ ਦਾ ਬੈਲੈਂਸ ਰਵੇ, ਕੋਈ ਬਿਮਾਰੀ ਨਹੀਂ। ਬਿਮਾਰ ਹੋਣਾ, ਦਵਾਈਆਂ ਖਾਣੀਆਂ, ਇਹ ਕੋਈ ਤਰੀਕਾ ਨਹੀਂਗਾ। ਤਰੀਕਾ ਇਹ ਹੈ ਵੀ ਅਸੀਂ ਬਿਮਾਰ ਹੋਈਏ ਹੀ ਨਾ, ਤੇ ਜੇ ਹੋਈਏ ਤੇ ਅਸੀਂ, ਇੱਕ ਹਰਨਾਮਦਾਸ ਜੀ ਹੋਏ ਨੇ ਜਲੰਧਰ ਦੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਉਹ ਕਹਿੰਦੇ ਨੇ ਖੁਰਾਕ ਆਹਾਰ, ਆਹਾਰ ਉਪਚਾਰ, ਖਾਣਾ ਹੀ ਇਲਾਜ ਹੈ। ਖਾਣ ਦੀ ਜਾਂਚ ਆ ਜਾਏ ਉਹੀ ਇਲਾਜ ਹੈ। ਪਾਣੀ ਕਦੀ ਵੀ ਖੜੇ ਹੋ ਕੇ ਨਾ ਪੀਓ, ਲਿਕੁਇਡ ਚੀਜ਼ ਕਦੀ ਵੀ ਖੜੇ ਹੋ ਕੇ ਨਾ ਪੀਓ। ਜਦੋਂ ਪੀਓ ਉਹਨੂੰ ਬੈਠ ਕੇ ਪੀਓ, ਭਾਵੇਂ ਜਿਤਨੀ ਮਰਜ਼ੀ ਮਜਬੂਰੀ ਹੋ। ਅੱਧੀਆਂ ਬਿਮਾਰੀਆਂ ਚੱਲੀਆਂ ਜਾਂਦੀਆਂ। ਗੁਰੂ ਕਿਰਪਾ ਕਰੇ, ਸਰੀਰ ਪੰਜਾਂ ਤੱਤਾਂ ਦਾ, ਪਾਣੀ,
ਵਾਯੂ, ਅਗਨੀ, ਮਿੱਟੀ ਤੇ ਆਕਾਸ਼। ਔਰ ਮਿੱਟੀ ਥੋੜੀ ਜੀ ਸਾਡੇ ਹੱਥ ਆਉਂਦੀ ਹੈ। ਇਲੈਕਟ੍ਰੋਨਿਕ ਭੱਠੀ ਵਿੱਚ ਸੰਸਕਾਰ ਹੋਵੇ ਨਾ, ਇੱਥੇ ਤੇ ਆਪਾਂ ਸਾਰਾ ਕੁਝ ਇਕੱਠਾ ਕਰਕੇ ਬੋਰੀ 'ਚ ਪਾ ਲੈਂਦੇ ਆ ਵੀ ਕਟਾਣਾ ਸਾਹਿਬ ਰੋਡ ਆਉਂਦੇ ਆ। ਇਲੈਕਟ੍ਰੋਨਿਕ ਭੱਠੀ 'ਚ ਜੇ ਤੁਸੀਂ ਕਿਸੇ ਦਾ ਸੰਸਕਾਰ ਹੁੰਦਾ ਵੇਖਿਆ ਵੀ, ਮੈਂ ਵੇਖਿਆ ਕੁਆਂਟਲ ਦਾ ਬੰਦਾ ਸੀ ਤੇ ਐਡੀ ਕੁ ਕੁੜੀ ਸੀ। ਮੈਂ ਕਿਹਾ ਜੀ ਇਹ ਕੀ ਬਣਿਆ? ਉਹ ਕਹਿਣ ਲੱਗਾ ਜੀ 70 ਲੀਟਰ ਤੇ ਪਾਣੀ ਸੀ, ਉਹ ਵਾਸ਼ਪੀਕਰਨ ਹੋ ਗਿਆ। ਮੈਂ ਕਿਹਾ ਜੀ ਹੋਰ? ਕਹਿੰਦੇ ਅਗਨੀ 'ਚ ਅਗਨੀ ਚਲੀ ਗਈ, ਵਾਯੂ 'ਚ ਵਾਯੂ ਚਲੀ ਗਈ, ਆਕਾਸ਼ ਵਿੱਚ ਆਕਾਸ਼ ਚਲਾ ਗਿਆ। ਇਹ ਜਿਹੜਾ 5 ਤੱਤਾਂ ਚੋਂ ਮਿੱਟੀ ਤੱਤ ਬਚਿਆ, ਇਹ ਪੂਰੀ ਮੈਂ ਤੁਹਾਨੂੰ ਦਿੱਤੀ ਹੈ ਔਰ ਉਹ ਡਸਟ ਬਣ ਜਾਂਦੀ। ਇਲੈਕਟ੍ਰੋਨਿਕ ਭੱਠੀ 'ਚ ਨਾ ਅਸਥੀਆਂ ਪਾਊਡਰ ਬਣ ਜਾਂਦੀ, ਐਡੀ ਕੁ ਪੁੜੀ ਉਹਨੇ ਬਣਾ ਕੇ ਦੇ ਦਿੱਤੀ। ਤੋ ਇਹ ਛੋਟੇ ਛੋਟੇ ਬੱਚਿਆਂ ਨੂੰ ਕੀ ਹੋਇਆ ਜੀ? ਡਾਕਟਰ ਕਹਿੰਦਾ ਇਹਦੇ ਵਿੱਚ ਮਿੱਟੀ ਦੀ ਘਾਟ, ਗੁੜੀਆਂ ਦੇ ਅੰਦਰ ਮਿੱਟੀ ਪੂਰੀ ਹੋ ਜਾਂਦੀ ਹੈ। ਤੋ ਇਹ 5 ਤੱਤ ਨੇ ਸਾਡੇ ਸਰੀਰ ਵਿੱਚ ਪਿਆਰਿਓ, ਇਹ ਬੈਲੈਂਸ ਰਹਿਣ ਤੇ ਸਰੀਰ ਤੰਦਰੁਸਤ ਰਹਿੰਦਾ। ਹੁਣ ਗੱਲ ਹੈ 6ਵੀਂ ਮਨ। ਜੇ ਮਨ ਦਾ ਵੀ ਸੰਤੁਲਨ ਹੋ ਜਾਏ ਫਿਰ ਆਤਮਾ ਵੀ ਸੁਖੀ ਰਹਿੰਦੀ ਹੈ। ਮਨ ਦਾ ਸੰਤੁਲਨ ਕੀ ਹੈ? ਮਨ ਕਾਬੂ ਵਿੱਚ ਰਵੇ। ਲਓ ਹੁਣ ਜਰਾ ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਮਹਾਰਾਜ ਨੇ ਸ਼ੁਰੂਆਤੀ ਬਚਨ ਕੀਤੇ ਨੇ, ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਵਿਸਰਾਮ, ਪੈਰੀ ਉਲਟ ਪਏ ਹੈ ਮੀਤਾ, ਸਾਜਨ ਉਲਟ ਸੁਜਨ ਪੈ ਜੀਤਾ। ਜਿਹੜੇ ਵੈਰੀ ਸਨ, ਦੁਸ਼ਮਣ ਸਨ, ਉਹ ਮੇਰੇ ਦੋਸਤ ਬਣ ਗਏ ਨੇ ਤੇ ਵੈਰੀ ਉਲਟ ਪਏ ਹੈ ਮੀਤਾ, ਸਾਜਨ ਉਲਟ ਸੁਜਨ ਪੈ ਜੀਤਾ। ਹੁਣ ਉਹ ਸੱਜਣ ਬਣ ਗਏ ਨੇ, ਗੁਰਮੁਖ ਬਣ ਗਏ। ਕਿਵੇਂ ਬਣ ਗਏ ਨੇ ਜੀ? ਉਹਨਾਂ ਨੂੰ ਬਣਾਉਣਾ ਵੇ, ਕਿਵੇਂ ਬਣਾਈਏ? ਤੋ ਪਿਆਰਿਓ, ਕਬੀਰ ਸਾਹਿਬ ਹੀ ਇੱਕ ਹੋਰ ਥਾਂ ਤੇ ਜਾਚ ਦੱਸਦੇ ਨੇ, ਕਹਿੰਦੇ ਨੇ ਖੱਟ ਨੇਮ ਕਰ ਕੋਠੜੀ ਬਾਂਧੀ, 5 ਤੱਤ 6ਵਾਂ ਮਨ। ਇਹਨਾਂ ਨੂੰ ਇਕੱਠਿਆਂ ਕਰਕੇ, ਇਹਨਾਂ ਨੂੰ ਜਕੜ ਕੇ ਆਪੇ ਵਿੱਚ ਵਾਹਿਗੁਰੂ ਨੇ ਸਰੀਰ ਰੂਪੀ ਕੋਠੀ ਬਣਾ ਦਿੱਤੀ। ਇਹ ਸਾਡਾ ਸਰੀਰ ਜਿਹੜਾ ਇਹ ਮਾਨੋ ਇੱਕ ਕੋਠੀ ਹੈ। ਪਿਓ ਦਾ ਪੁੱਤਰ ਨਾਲ ਬੜਾ ਪਿਆਰ ਹੋਵੇ ਤੇ ਉਹ ਮਿਹਨਤ ਮਸ਼ੱਕਤ ਕਰਕੇ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਬਹੁਤ ਵਧੀਆ ਇਲਾਕੇ 'ਚ, ਕਿਸੇ ਚੰਗੀ ਸੁਸਾਇਟੀ ਵਿੱਚ ਇਹਨੂੰ ਵਧੀਆ ਘਰ ਬਣਾ ਕੇ ਦੇਣਾ, ਜਿਹੜਾ ਸਿਹਤ ਪੱਖੋਂ ਕੰਫਰਟੇਬਲ, ਹਰ ਪੱਖ ਤੋਂ ਇਹਨੂੰ ਵਧੀਆ ਹੋਵੇ ਇਹਦੀ ਜ਼ਿੰਦਗੀ ਵਾਸਤੇ। ਕਿਉਂਕਿ ਬੰਦਾ ਜੋ ਆਪ ਨਹੀਂ ਨਾ ਕਰ ਸਕਦਾ ਫਿਰ ਉਹ ਚੀਜ਼ਾਂ ਆਪਣੀ ਔਲਾਦ ਵਿੱਚ ਹੁੰਦੀਆਂ। ਇਹ ਮਨੁੱਖ ਦੀ ਫਿਤਰਤ ਹੈ। ਇਹ ਗੱਲ ਵੱਖਰੀ ਹੈ ਵੀ ਬੱਚੇ ਆਪਣੇ ਹੀ ਅਨੁਭਵ ਤੋਂ ਸਿੱਖਦੇ ਨੇ, ਗੱਲ ਮੰਨਦੇ ਕੋ ਨਹੀਂ ਗਏ। ਪਰ ਜੇ ਕੋਈ ਮੰਨ ਲੈ ਨਾ ਤੇ ਉਹਨੂੰ ਗਲੀਆਂ ਦੇ ਵਿੱਚੋਂ ਦੀ, ਸੜਕਾਂ ਛੋਟੀਆਂ ਤੋਂ ਹੋ ਕੇ ਨਹੀਂ, ਉਹ ਫਿਰ ਸਿੱਧਾ ਬਾਈਪਾਸ ਖੜਾ ਹੋ ਗਿਆ। ਜੇ ਮਾਂ ਦੀ ਗੱਲ ਮੰਨ ਲੈ, ਪਿਓ ਦੀ ਗੱਲ ਮੰਨ ਲੈ, ਉਹ ਆਪਣਾ ਸਾਰਾ ਐਕਸਪੀਰੀਅੰਸ ਇੱਕੋ ਵਾਰ ਉਹਦੀ ਝੋਲੀ 'ਚ ਪਾਉਣਾ ਚਾਹੁੰਦੇ ਨੇ। ਉਹ ਕਹਿੰਦਾ ਨਹੀਂ ਮੈਂ ਆਪਣੇ ਹੀ ਐਕਸਪੀਰੀਅੰਸ ਤੋਂ ਸਿੱਖਣਾ। ਇਹ ਵਿਡੰਬਣਾ ਸੀ। ਕਰੀਬ ਕਰੀਬ ਵਿਰਲੇ ਬੱਚਿਆਂ ਨੂੰ ਛੱਡ ਕੇ ਸਾਡੇ ਸਾਰੇ ਬੱਚਿਆਂ ਦੀ ਪ੍ਰੋਬਲਮ ਹੈ, ਮੇਰੇ ਬੱਚਿਆਂ ਦੀ ਵੀ, ਤੁਹਾਡੇ ਬੱਚਿਆਂ ਦੀ। ਉਹ ਸਮਝਦੇ ਵੀ ਤੁਹਾਨੂੰ ਕੀ ਪਤਾ, ਜਨਰੇਸ਼ਨ ਗਾਇਬ ਹੈ। ਡੈਡੀ ਤੁਹਾਨੂੰ ਨਹੀਂ ਪਤਾ, ਹੁਣ ਸਮਾਂ ਬਹੁਤ ਬਦਲ ਗਿਆ। ਤੋ ਜੇ ਕਿਤੇ ਮੰਨ ਲੈਣ ਤੇ ਲਾਭ ਉਹਨਾਂ ਦਾ ਹੀ, ਮੰਨਦੇ ਕੋ ਨਹੀਂ। ਖੱਟ ਨੇਮ ਕਰ ਕੋਠੜੀ ਬਾਂਧੀ, ਮਸਤ ਅਨੂਪ ਬੀਜ ਪਾਈ। ਕਮਾਈ ਕਰਕੇ ਵਧੀਆ ਇਲਾਕੇ 'ਚ ਮਕਾਨ ਲੈ ਦਿੱਤਾ ਤੇ ਉਹਦੇ ਸਾਰੇ ਖਿੜਕੀਆਂ, ਦਰਵਾਜ਼ੇ, ਪਰਦੇ, ਫਰਨੀਚਰ ਸਭ ਕੁਝ ਟਿਕਾ ਕੇ, ਤੇ ਪਤਾ ਸੀ ਵੀ ਪੁੱਤਰ ਆਲਸੀ ਏ, ਅੱਖ ਲਗਾ ਬੇਟਾ ਇਲਾਕਾ ਬਹੁਤ ਵਧੀਆ, ਸੁਸਾਇਟੀ ਬਹੁਤ ਵਧੀਆ, ਫਿਰ ਵੀ ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਨੇ, ਮੈਂ ਗਾਰਡ ਵੀ ਰੱਖ ਦਿੱਤੇ ਤੇ ਆ ਪਕੜ ਚਾਬੀਆਂ ਤੇ ਹੁਣ ਸੰਭਾਲਣਾ ਇਹਨੂੰ ਤੂੰ ਹੈ। ਹੁਣ ਵਾਹਿਗੁਰੂ ਨੇ ਇਹ 6 ਚੀਜ਼ਾਂ ਨੂੰ ਇਕੱਠਾ ਕਰਕੇ ਕੋਠੜੀ ਬਣਾਈ, ਬੜੀ ਕੀਮਤੀ ਹੈ, ਬੇਸ਼ਕੀਮਤੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ, ਸਭ ਤੋਂ ਕੀਮਤੀ ਚੀਜ਼ ਹੈ ਇਹ। ਠੀਕ ਹੈ ਵੀ ਇਸ ਸਰੀਰ ਨੂੰ ਕਿਤੇ ਕਿਤੇ ਮਹਾਰਾਜ ਨੇ ਵੀ ਆਖਿਆ ਵੀ ਭਾਈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ, ਇਹਦੇ ਵਿੱਚ ਗੰਦਗੀ ਦੀ ਪੋਟ ਹੈ, ਇਹਦੇ ਵਿੱਚ ਯੂਰਨ ਦਾ ਬਲੈਡਰ ਹੈ, ਇਹਦੇ ਵਿੱਚ ਮਿੱਝ ਹੈ, ਇਹਦੇ ਵਿੱਚ ਲਹੂ ਹੈ, ਇਹਦੇ ਵਿੱਚ ਮੱਝਾਂ। ਪਰ ਕਿਤੇ ਕਿਤੇ ਵੀ ਕਹਿੰਦੇ ਨੇ ਵੀ ਇਹ ਸਾਰੇ ਸਿਲਸਿਲੇ ਦੇ ਵਿੱਚ ਇੱਕ ਨਾਮ ਦੀ ਕੋਠੜੀ। ਕੌਲ ਫੁੱਲ ਚਿੱਕੜ ਵਿੱਚ ਉੱਗਦਾ, ਸਾਫ਼ ਸੁਥਰੇ ਪਾਣੀ 'ਚ ਨਹੀਂ ਉੱਗਦਾ। ਸਾਫ਼ ਸੁਥਰੀ ਜ਼ਮੀਨ 'ਚ ਤੁਸੀਂ ਕੌਲ ਉਗਾਉਣਾ ਚਾਹੁੰਦੇ, ਜਦੋਂ ਉੱਗੇਗਾ ਚਿੱਕੜ ਚੁੱਕੇਗਾ, ਦੁਆਲੇ ਬਦਬੂ ਆ ਰਹੀ ਹੋਵੇਗੀ, ਵਿੱਚ ਕੌਲ ਫੁੱਲ ਖਿੜਿਆ। ਇਸ ਤਰ੍ਹਾਂ ਨਾਮ ਨੂੰ ਵੀ ਉਹਨੇ ਇਹ ਸਾਰੇ ਸਿਸਟਮ ਦੇ ਵਿਚਕਾਰ ਰੱਖਿਆ, ਕੌਲ ਫੁੱਲ ਵਾਂਗ। ਹੁਣ ਇਹ ਸਰੀਰ ਦੇ ਅੰਦਰ ਨਾਮ ਰੂਪੀ ਖਜ਼ਾਨਾ ਹੈ, ਉਹਨੂੰ ਬਚਾਉਣਾ ਹੈ ਵਿਕਾਰਾਂ ਤੋਂ।
ਤੇ ਵਾਹਿਗੁਰੂ ਨੇ 5 ਸਿਕਿਉਰਿਟੀ ਗਾਰਡ ਰੱਖ ਲਏ। ਕਿਹੜੇ 5 ਸਿਕਿਉਰਿਟੀ ਗਾਰਡ? 5 ਇੰਦਰੇ, ਕੰਨ, ਅੱਖਾਂ, ਇਤਿਆਦ, ਸਾਰੇ ਆਪਾਂ ਰੋਜ਼ ਜ਼ਿਕਰ ਕਰਨੇ ਆ। 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ। ਇਹਨਾਂ ਨੂੰ ਮਿਲਾ ਕੇ 10 ਹੋ ਜਾਂਦੇ। ਹੁਣ ਬਾਪੂ ਨੇ ਖੱਟ ਨੇਮ ਕਰ ਕੋਠੜੀ ਬਾਂਧੀ, 5 ਤੱਤ 6ਵਾਂ ਮਨ ਇਕੱਠੇ ਕਰਕੇ ਸ਼ਰੀਰ ਰੂਪੀ ਕੋਠੀ ਬਣਾ ਦਿੱਤੀ। ਬਸਤ ਅਨੂਪ, ਅਨੂਪ ਕਹਿੰਦੇ ਵੰਡਰਫੁਲ, ਅਦਭੁਤ, ਜਿਹਦੀ ਵਿਆਖਿਆ, ਜਿਹਦੇ ਵਾਸਤੇ ਸ਼ਬਦ ਥੋੜੇ ਪੈ ਜਾਣ, ਸ਼ਬਦ ਪੌਣੇ ਹੋ ਜਾਣ। ਮੈਂ ਫਿਰ ਬੇਨਤੀ ਕਰਦਿਆਂ, ਇਹ ਵਿਸ਼ਾ ਗੁਰਮਤਿ ਨੂੰ ਸਮਝਣਾ ਥੋੜਾ ਜਿਹਾ ਡਰਾਈ ਹੁੰਦਾ ਹੈ, ਖੁਸ਼ਕ ਹੁੰਦਾ ਹੈ, ਪਰ ਜੇ ਥੋੜਾ ਜਿਹਾ ਮਨ ਨੂੰ ਮਾਰ ਕੇ ਸੁਣ ਲਈਏ ਤੇ ਅਸਲ ਗੁਰਮਤਿ ਦਾ ਪ੍ਰਯੋਜਨ ਇਹੀ ਹੈ। ਅਸਲ ਤੱਤ ਦੀ ਗੱਲ ਇਹੀ ਹੈ, ਕੈਮਿਸਟਰੀ ਇਹੀ ਹੈ, ਫਿਜ਼ਿਕਸ ਇਹੀ ਹੈ, ਬਾਇਓਲੋਜੀ ਇਹੀ ਹੈ, ਮੈਥਮੈਟਿਕਸ ਦਾ ਪੀਰੀਅਡ ਇਹੀ ਹੈ। ਬਾਕੀ ਤਾਂ ਫਿਰ ਆਰਟਸ ਵਾਲੇ ਹੁੰਦੇ ਨੇ, ਔਰ ਆਰਟਸ ਵਾਲਿਆਂ ਦੀ ਪੁੱਛਗਿੱਛ ਤੇ ਨਹੀਂ ਨਾ ਹੁੰਦੀ, ਮੈਨੂੰ ਜਮਾ ਕਰ ਪੁੱਛਗਿੱਛ ਤੇ ਮੈਡੀਕਲ ਤੇ ਨਾਨ ਮੈਡੀਕਲ ਵਾਲਿਆਂ ਦੀ ਹੁੰਦੀ ਹੈ। तो नॉन मेडिकल पढ़ना है, मेडिकल पढ़ना है तो थोड़ा जिहा सुर ते जोर देना पड़ेगा, थोड़ा जिहा मन मारना भी पड़ेगा। बस्त अनूप बीच पाई, पूंजी उलफ प्राण कर रखे। फिर वो ताला ला दिता कोठी नूं, पुत्र नूं दे दित्तियां चाबियां दा गुच्छा। साडे शरीर रूपी कोठी नूं भी एक ताला लाया ते एक ओदी चाबी बनाई। पूंजी ठेठ पंजाबी च कुंजी कहंदे चाबी, ते कुल्फ मैंने जंदरा, प्राणा का ही जंदरा ते प्राणा की कुंजी बना दी। करते बार ना लाई, ये बनाद्या देर भी नहीं लाई। हुण अगे ध्यान दे, अब मन जागत रहो रे भाई। हुण जिवें पुत्र नूं चाबियां दे दित्तियां ने, पुत्र सारी उम्र की कमाई तैनूं दे दी, हुण संभाल तूं करनी। जागदा रवी, सचेत रवी, कोई नुकसान ना कर दे। इस तरह बाणीकार कहते ने, तेनू सोहना शरीर दे के इहदे विच नाम की पोटली पा के तेनू सारा सौंप दिता है। हुण गाफल होके गवा ना लई सारा कुछ, सुता ना रवी गाफलता की नींद च। हुण इहनू बचा ले। दो तरह की नींद है प्यारे, एक शारीरिक नींद है, एक गाफलता की नींद। जिहड़ी गाफलता की नींद है वो नहीं सोना चाहिए। शरीरक नींद ते 4-5-6 घंटे ले लेनी चाहिए, पर उंज सारी दुनिया सुती हुई है। पंडित जन माते पढ़ प्राण, जोगी माते जोग ध्यान, तपसी माते तप के पेव, सन्यासी माते आमेव, सब मद माते को ना जाग, संग ही चोर घर मूसन ला। पंडित सुते हुए ने भी असी बहुत बड़े विद्वान, हंकार दे विच सुते हुए ने। पंडित जन माते पढ़ पुराण, जोगी माते जोग ध्यान। हद हो गई है, नाम जप के जागना सी, वो नाम जप जप के सौ गए भी साढ़े जिन्ना कोई नाम नहीं जप सकता। हंकार आ गया, जदों हंकार आ गया तो हौमे नामे नाल विरोध है, दो ना वसा इकट्ठा, उतों नाम चला गया। पंडित जन माते पढ़ पुराण, जोगी माते जोग ध्यान, तपसी माते तप के भेव, सन्यासी माते आमेव, सब मद माते, सब हंकार सुते हुए ने। को ना जाग, संग ही चोर घर मूसन लाग। महाराज कोई जागदा भी है? कह लगे हाँ कुछ लोग जागे। सुखदेव और अकरूर। असी की करते हैं, अनमतां दे जिन्ने भी इस तरह के पुरुष ने ना, असी कहने साडी स्टेज तो उन्होंने नाम ना लिया जाए, जे लिया जाए तो आलोचनात्मक एंगल तो लिया जाए। नहीं भाई, जिन्हां जिन्हां ने भी नाम जपिया, बाणी पढ़ी, चंगे काम कीते, गुरबाणी ने उन्हां दी भी तारीफ की। सुखदेव जागे, अकरूर, सुखदेव जागदा रहा, अकरूर जी जागते रहे, गाफलता च नहीं सुते। अनवंत जागे धर लंकूर, हनुमान भावें पूछलधारी सी, वो भी जागदा रहा, रामचंद्र की सेवा च रहा। हुण साडे ते हनुमान के पखड़े उधेड़ दिंदे ने जदों उस पासे तुरदे ने, क्योंकि सारे गुरु ग्रंथ साहब का अध्ययन किया ही कोई नहीं गा। अबल ते पढ़िया नहीं, जे पढ़िया तो मीनिंग का कोई नहीं पता। हुण तेरा गुरु जी की तारीफ कर रहा है, तू ओदी आलोचना करन लगा, जरा कुते संगिया कर। महाराज हनुमान नूं जागण वाली लिस्ट में लिख दे, ये जागदियां विच सी भाई, सी ते पूछलधारी, सी ते जागदी,
ਪਰ ਉਂਝ ਗਾਫਲਤਾ ਦੀ ਨੀਂਦ ਨਹੀਂ ਸੀ ਸੁੱਤਾ, ਉਹਨੂੰ ਪ੍ਰਲੋਕ ਦੀ ਟੈਨਸ਼ਨ ਸੀ, ਉਹ ਜਾਗਦਾ ਰਿਹਾ। ਜਾਗੈ ਸੁਖਦੇਵ ਅਰ ਅਕਰੂਰ, ਹਨੂਮੰਤ ਜਾਗੈ ਧਰਨ ਅੰਕੂਰ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੈ ਨਾਮਾ ਜੈ ਦੇਵ। ਔਰ ਕਲਯੁਗ ਵਿੱਚ ਨਾਮਦੇਵ ਜੀ ਜਾਗਦੇ ਰਹੇ, ਕਲਯੁਗ ਵਿੱਚ ਜੈਦੇਵ ਜੀ ਜਾਗਦੇ ਰਹੇ। ਇਸ ਲਈ ਖਟ ਨੇਮ ਕਰ ਕੋਠੜੀ ਬਾਂਧੀ, ਬਸਤਰ ਨੂੰ ਪੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰੋਰੇ ਪਾਈ। ਭਾਈ ਇਹ ਸਰੀਰ ਰੂਪੀ ਕੋਠੀ ਵਿੱਚ ਬਹੁਤ ਕੁਛ ਹੈ, ਸਤ ਸੰਤੋਖ ਦਇਆ ਧਰਮ ਧੀਰਜ ਨਾਮ ਦੀ ਪੋਟਲੀ, ਇਹ ਤੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਲੁੱਟਦੇ ਨੇ, ਤੂੰ ਜਾਗਦਾ ਰਿਹਾ ਕਰ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਗਏ ਜਨਮ ਗਵਾਇਓ, ਚੋਰ ਮੁਸੇ ਘਰ ਆਈ। ਤੂੰ ਗਾਫਲ ਹੋ ਕੇ ਆਪਣਾ ਜਨਮ ਗਵਾ ਲਿਆ। ਗਾਫਲਤਾ ਦੀ ਨੀਂਦ ਹੋਰ ਕਿਸਮ ਦੀ ਹੈ, ਭਾਵ ਪਤਾ ਹੀ ਨਾ ਲੱਗਣਾ ਲਾਪਰਵਾਹੀ ਜ਼ਿੰਦਗੀ ਕਦੋਂ ਲੱਗ ਗਈ, ਮੈਂ ਕੀ ਕਰਨ ਆਇਆ ਸਾਂ, ਕੀ ਕੀਤਾ ਇਤਿਆਦ। ਭਾਵ ਬਈ ਜੀਵਨ ਦਾ ਪ੍ਰਯੋਜਨ ਭੁੱਲ ਜਾਏ ਬੰਦੇ। ਮਹਾਰਾਜ ਕੋਈ ਗੱਲ ਨਹੀਂ, ਚੋਰ ਮੁੱਸੇ ਘਰ ਆਈ, ਮੈਨੂੰ ਪਤਾ, ਪਰ ਮੈਂ 5 ਪਹਿਰੇਦਾਰ ਵੀ ਤੇ ਲਾਏ ਨੇ ਨਾ, ਕੰਨ, ਅੱਖ, ਨਾਸਕਾ, ਰਸਨਾ ਤੇ ਤਵਚਾ। ਹਜ਼ੂਰ ਕਹਿਣ ਲੱਗੇ ਇਹੀ ਤੇ ਸਮੱਸਿਆ ਹੈ, ਮੈਂ ਤੈਨੂੰ ਤਾਂ ਤੇ ਖਬਰਦਾਰ ਕਰ ਰਿਹਾ, ਇਹ ਪੰਜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਰਲ ਗਏ ਨੇ, ਮਿਲ ਗਏ ਨੇ, ਇਹਨਾਂ ਦੀ ਸੰਧੀ ਹੋ ਗਈ ਹੈ। ਜਿਵੇਂ ਕਿਸੇ ਕਾਰਖਾਨੇ ਦੇ ਗਾਰਡ ਨੂੰ ਕੋਈ ਆਪਣੇ ਨਾਲ ਗੰਢ ਲੈ, ਲਾਲਚ ਦੇ ਕੇ ਉਹਨੂੰ ਤੇ ਰੁਪਈਆ ਦੇ 1000 ਤੇ ਅੰਦਰੋਂ ਸਮਾਨ ਲੈ ਜਾਏ 10,000 ਦਾ ਤੇ 9,000 ਦਾ ਫਾਇਦਾ ਹੋ ਗਿਆ। ਗਾਰਡ ਲਾਲਚ ਵਸ ਉਹਨੂੰ ਰੋਕੇ ਨਾ ਤੇ ਫਿਰ ਕਾਰਖਾਨਾ ਤੇ ਬਰਬਾਦ ਹੋ ਜਾਏਗਾ ਨਾ। ਇਹ ਹਾਲ ਹੈ ਸਾਡੇ ਕੰਨਾਂ ਦਾ, ਸਾਡੀਆਂ ਅੱਖਾਂ ਦਾ, ਸਾਡੀ ਨਾਸਕਾ ਦਾ, ਸਾਡੀ ਰਸਨਾ ਦਾ, ਸਾਡੀ ਤਵਚਾ ਦਾ। ਇਹਨਾਂ ਦੇ ਵਿਸ਼ੇ ਵਿਕਾਰਾਂ ਨਾਲ ਸੁਲ੍ਹਾ ਕਰ ਲਈਏ। ਉਹ ਕਹਿੰਦੇ ਭਾਈ ਤੁਹਾਨੂੰ ਵੀ ਕੁਛ ਨਾ ਕੁਛ ਲਾਹਾ ਪਹੁੰਚਾਵਾਂਗੇ, ਤੁਸੀਂ ਸਾਨੂੰ ਅੰਦਰ ਵੜਨ ਤੋਂ ਰੋਕਿਆ ਨਾ ਕਰ। ਇਹ ਕਦੀ ਅੱਖਾਂ ਰਾਹੀਂ ਅੰਦਰ ਵੜ ਜਾਂਦੇ, ਕਦੀ ਕੰਨਾਂ ਰਾਹੀਂ ਕਿਵੇਂ ਵੜਦੇ ਨੇ। ਜਦੋਂ ਅਸੀਂ ਸੋਫਿਆਂ ਤੇ ਬੈਠੇ, ਕੌਫੀ ਦੇ ਕੱਪ ਅੱਗੇ ਪਏ ਨੇ, ਆਲੋਚਨਾ ਸ਼ੁਰੂ ਹੁੰਦੀ ਹੈ, ਫਿਰ ਘੰਟਿਆਂ ਬੱਧੀ ਇੱਕ ਜਣਾ ਨਿੰਦਾ ਕਰਦਾ, ਦੂਜਾ ਏਦਾਂ ਬੈਠਾ ਹੈ, ਔਰ ਸੁਣਦਿਆਂ ਕਦੋਂ ਉੱਤੋਂ ਮੁੰਡੀ ਇੱਧਰ ਹੋ ਜਾਂਦੀ, ਅੱਧਾ ਫੁੱਟ ਪਤਾ ਰਸ ਹੁੰਦਾ ਨਾ, ਇੱਕ ਕੱਪ ਹੋਰ ਹੋ ਜਾਏ, ਕਹਿੰਦੇ ਹੋ ਜਾਏ, ਫਿਰ ਕੰਮ ਸ਼ੁਰੂ ਹੋ ਜਾਂਦਾ। ਕਦੀ ਆਤਮ ਮੰਥਨ ਕਰਕੇ ਦੇਖਿਆ ਜੇ ਕੋਈ ਵਿਰਲਾ ਇਸ ਚੀਜ਼ ਤੋਂ ਬਚਿਆ ਹੈ, ਨਿੰਦਾ ਵਿੱਚੋਂ ਰਸ ਬੜਾ। ਇੱਕ ਪੁਰਸ਼ ਕੋਲ ਕੋਈ ਸੈਕੰਡ ਪਰਸਨ ਨਿੰਦਾ ਕਰੇ, ਥਰਡ ਪਰਸਨ ਦੀ ਉਹਦੇ ਚੋਂ ਸਵਾਦ ਬੜਾ ਹੁੰਦਾ ਹੈ, ਉਹ ਪਾਉਣਾ ਹੁੰਦਾ ਹੈ, ਤੇ ਅਸੀਂ ਆਪਣੇ ਆਪ ਨੂੰ ਥੋੜਾ ਸਮਝਿਆ ਵੀ ਮੈਂ ਬੜਾ ਵਧੀਆ। ਪਰ ਬਹੁਤ ਬੇੜਾ ਗਰਕ ਹੁੰਦਾ ਨਿੰਦਾ ਕਰਨ ਨਾਲ ਤੇ ਨਿੰਦਾ ਸੁਣਨ ਨਾਲ। ਇਹਦਾ ਇੱਕੋ ਹੀ ਤਰੀਕਾ ਹੈ ਵੀ ਜਦੋਂ ਕੋਈ ਗੱਲ ਕਰੇ ਨਿਕਲ ਜਾਓ। ਕਿਵੇਂ ਨਿਕਲਦੀ ਹੈ ਜੇ ਅਗਲਾ ਜਾਣ ਨਹੀਂ ਦਿੰਦਾ। ਉਹ ਨਹੀਂ ਵੀ ਫੋਨ ਆਇਆ ਤੇ ਕੱਢ ਕੇ ਕੰਨ ਨਾਲ ਲਾ ਕੇ, ਮੈਨੂੰ ਜ਼ਰੂਰੀ ਫੋਨ ਆ ਗਿਆ, ਮੈਂ ਆਉਣਾ ਜੀ, ਪਰ 9 ਤੋਂ 11 ਹੋ ਜਾਓ। ਕੋਈ ਨਾ ਕੋਈ ਪਹਿਲਾਂ ਸੋਚ ਕੇ ਰੱਖੋ ਵੀ ਜੇ ਮੈਨੂੰ ਕੋਈ ਇਦਾਂ ਦਾ ਟੱਕਰਿਆ ਤੇ ਉਹਦੇ ਤੋਂ ਬਚਣਾ ਕਿਸ। ਪਰ ਅਸੀਂ ਤੇ ਆਪ ਲੱਭਣੇ ਆ ਵੀ ਕੋਈ ਮਿਲੇ ਇਸ ਤਰ੍ਹਾਂ, ਬਚਾਂਗੇ ਕਿਵੇਂ। ਮਹਾਰਾਜ ਮੈਂ 5 ਪਹਿਰੇਦਾਰ ਲਾਏ ਨੇ। ਮਹਾਰਾਜ ਕਹਿੰਦੇ ਨੇ 5 ਪਹਿਰੂਆ ਦਰ ਮੇ ਰਹਤੇ, ਤਿੰਨ ਕਾ ਨਹੀਂ ਪਤਿਆਰਾ। ਇਹਨਾਂ ਤੇ ਵਿਸ਼ਵਾਸ ਨਾ ਕਰੀ, ਕਿਉਂਕਿ ਮੈਨੂੰ ਪਤਾ ਇਹਨਾਂ ਨੇ ਵਿਕਾਰਾਂ ਨਾਲ ਸੰਧੀ ਕਰ ਲਈ। ਅੱਖਾਂ ਪਰਾਇਆ ਰੂਪ ਤੱਕ ਕੇ ਬੜਾ ਰਸ ਲੈਂਦੀਆਂ ਨੇ, ਕੰਨ ਨਿੰਦਾ ਸੁਣ ਕੇ, ਰਸਨਾ ਨਿੰਦਾ ਕਰਕੇ, ਰਸਨਾ ਵੱਖਰੇ ਵੱਖਰੇ ਸਵਾਦ ਚੱਕ ਕੇ ਆਨੰਦ ਲੈਂਦੀ ਆ। ਇਹ ਤੇਰਾ ਬੇੜਾ ਗਰਕ ਕਰ ਰਹੀ, ਨਾ ਕਰ ਵਿਸ਼ਵਾਸ ਇਹਨਾਂ। ਸਭ ਤੋਂ ਖਤਰਨਾਕ ਬੰਦਾ ਉਹ ਹੁੰਦਾ ਹੈ ਜਿਹੜਾ ਸਾਡਾ ਵਿਸ਼ਵਾਸ ਪਾਤਰ ਹੋ ਕੇ ਵਿਸ਼ਵਾਸਘਾਤ ਕਰੇ। ਦੁਸ਼ਮਣ ਤੋਂ ਤੇ ਅਸੀਂ ਉਂਝ ਹੀ ਖਬਰਦਾਰ ਹੁੰਦੇ ਹਾਂ, ਉਹਨੂੰ ਤੇ ਅਸੀਂ ਮੌਕਾ ਹੀ ਨਹੀਂ ਦਿੰਦੇ। ਪਰ ਵਿਡੰਬਣਾ ਇਹ ਵੇ ਜਿਹਦੇ ਤੇ ਵਿਸ਼ਵਾਸ ਕੀਤਾ, ਜਿਹਨੂੰ ਸਾਰਾ ਭੇਦ ਦਿੱਤਾ ਹੈ, ਉਹ ਫਿਰ ਇੱਕਦਮ ਸੂਪੜਾ ਸਾਫ਼ ਕਰ। ਭੀਖਨ ਨੇ ਜਿਵੇਂ ਰਾਵਣ ਦਾ ਭੇਦ ਦਿੱਤਾ, ਫਿਰ ਉੱਥੇ ਬਚਿਆ ਕੀ? ਘਰ ਕਾ ਭੇਦੀ ਲੰਕਾ ਢਾਹੇ, ਕਹਾਵਤ ਹੈ। 5 ਪਹਿਰੂਆ ਦਰ ਮੇ ਹੋਤੇ, ਤਿੰਨ ਕਾ ਨਹੀਂ ਪਤਿਆਰਾ। ਚੇਤ ਸੁਚੇਤ ਕੌਮਾ, ਚਿੱਤ ਹੋਏ ਰਹੋ, ਫਿਰ ਕੌਮਾ ਤਉ ਲੈ ਪ੍ਰਗਾਸ ਪੁਜਾ। ਪਿਆਰਿਓ, ਜੇ ਵਿਸ਼ਰਾਮ ਸਹੀ ਜਗ੍ਹਾ ਤੇ ਨਾ ਦਈਏ, ਬੜਾ ਅਨਰਥ ਹੋ ਜਾਂਦਾ। ਮੈਂ ਇੱਕ ਐਗਜ਼ਾਮਪਲ ਦਿਆਂ, ਤੁਹਾਡੀ ਦਿਲਚਸਪੀ ਗੁਰਬਾਣੀ ਦੇ ਧਿਆਨ ਨਾਲ ਪੜ੍ਹਨ ਵਿੱਚ ਵਧੇ, ਤੁਹਾਡੇ ਤੋਂ ਆਗਿਆ ਲੈ ਕੇ ਸਿਰਫ ਅੱਧੇ ਮਿੰਟ ਚ ਦਿੱਤੀ ਜਾਣੀ।
ਵਿਸ਼ਰਾਮ ਗਲਤ ਹੋ ਜਾਏ, ਪੁੱਤਰ ਪਿਓ ਬਣ ਜਾਂਦਾ, ਪਿਓ ਪੁੱਤਰ ਬਣ ਜਾਂਦਾ। ਕਿਵੇਂ ਬਣ ਜਾਂਦਾ ਜੀ? ਤਸੱਲੀ ਕਰਾਓ। ਗੁਰਬਾਣੀ 'ਚ ਇੱਕ ਸ਼ਬਦ ਹੈ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ। ਜੇ ਤੋਲ ਦੇ ਹਿਸਾਬ ਨਾਲ ਪਾਠ ਕਰੀਏ ਫਿਰ ਪਾਠ ਹੁੰਦਾ ਹੈ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ। ਹੁਣ ਗੁਰੂ ਅਰਜਨ ਪੁੱਤਰ ਹੈ ਤੇ ਰਾਮਦਾਸ ਗੁਰੂ ਪਿਓ ਹੈ। ਇੱਥੇ ਗੁਰੂ ਅਰਜਨ ਪਿਓ ਬਣ ਗਏ ਤੇ ਰਾਮਦਾਸ ਗੁਰੂ ਪੁੱਤਰ ਬਣ ਗਿਆ, ਵਿਸ਼ਰਾਮ ਗਲਤ ਲਾਣ ਕਰਕੇ। ਜੇ ਅਸੀਂ ਕਹੀਏ ਵੀ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਏ, ਤੇ ਇਹੀ ਅਰਥ ਕਰਾਂਗੇ। ਪਾਠ ਕੀ ਕਰਨਾ ਹੈ? ਗੁਰੂ ਅਰਜਨ ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਭਗਤ ਉਤਰ ਆਏ। ਇੱਕ ਸੌਖੀ ਜਿਹੀ ਉਦਾਹਰਨ ਦਿਆਂ। ਦੋ ਮੁਲਕਾਂ ਦਾ ਜੰਗ ਲੱਗਾ, ਬਾਰਡਰ ਤੇ ਖੜੇ ਨੇ ਸੈਨਿਕ, ਜਰਨੈਲ ਵੀ ਖੜੇ ਨੇ। ਦੁਸ਼ਮਣ ਦੇਸ਼ ਵੱਲੋਂ ਇੱਕ ਜੰਗੀ ਜਹਾਜ਼ ਆਇਆ, ਉਹਨੇ ਸਾਡੀ ਕੰਟਰੀ 'ਚ ਐਂਟਰ ਹੋ ਕੇ ਬੰਬਬਾਰੀ ਕਰਨੀ। ਸਾਡਾ ਜਰਨੈਲ ਆਪਣੇ ਤੋਪਚੀ ਨੂੰ ਕਹਿਣਾ ਚਾਹੁੰਦਾ ਹੈ ਬਈ ਇਹਨੂੰ ਗੋਲਾ ਮਾਰ ਕੇ ਥੱਲੇ ਡੇਗ ਲੈ। ਉਹਨੇ ਇੱਕ ਵਾਕਿਆ ਬਣਾਇਆ, ਸੈਂਟੈਂਸ ਬਣਾਇਆ, ਸੈਂਟੈਂਸ ਬੜਾ ਵਧੀਆ ਬਣਾਇਆ, ਪਰ ਉਹਦਾ ਵਿਸ਼ਰਾਮ ਗਲਤ ਹੋ ਗਿਆ। ਰੋਕੋ ਮਤ ਜਾਣੇ ਦੋ, ਇਹਨਾਂ ਕੋ ਸੈਂਟੈਂਸ ਬਣਾਇਆ। ਜੇ ਉਹਨੇ ਕਹਿ ਦਿੱਤਾ ਰੋਕੋ ਮਤ ਜਾਣੇ ਦੋ, ਸਭ ਨੇ ਇਸ ਤੋਂ ਨਾ, ਤੇ ਜੇ ਵਿਸ਼ਰਾਮ ਸਹੀ ਲੱਗ ਗਿਆ ਰੋਕੋ मत जाने, फिर जा नहीं सकेगा। एक नुक्ते ने महरम से मुजरिम कर दिया। हम दुआ करते रहे और वो दवा पढ़ते रहे। उर्दू च दुआ लिखना हो, प्रेयर अरदास ते दवा मेडिसिन, एक नुक्ते का फर्क। एक मिस्टेक हो गई तो दुआ दवा बन जाएगी, दवा दुआ बन जाएगी। इसलिए गुरबाणी हमेशा ਕੰਨ ਤੇ ਅੱਖਾਂ ਚੰਗੀ ਤਰ੍ਹਾਂ ਟੱਡ ਕੇ ਖੋਲ ਕੇ ਪੜ੍ਹਨੀ ਚਾਹੀਦੀ ਹੈ। ਪਰ ਹੋਰ ਸਾਰੇ ਕੰਮ ਅਸੀਂ ਧਿਆਨ ਨਾਲ ਕਰਦੇ ਹਾਂ। ਜਦੋਂ ਧਾਰਮਿਕ ਫੀਲਡ ਦੀ ਗੱਲ ਆਉਂਦੀ ਹੈ ਤੇ ਚਲੋ ਇਹ ਤੇ ਵਾਧੂ ਕੰਮ, ਉਂਝ ਵੀ ਬੰਦਾ ਰਿਟਾਇਰ ਜਿਹਾ ਹੋ ਕੇ ਅੰਦਰ ਆਉਂਦਾ। ਜਵਾਨੀ ਵਿੱਚ ਤੇ ਕੋਈ ਵਿਰਲਾ ਆਉਂਦਾ, ਜਿਹੜਾ ਆਉਂਦਾ ਉਹਦੇ ਤੋਂ ਬਾਣੀ ਸਦਕੇ ਜਾਂਦੀ ਹੈ। ਫਰੀਦਾ ਉਮਰ ਸੁਹਾਵਣੀ ਸੰਗ ਸਵੰਨੜੀ ਦੇ, ਕੋਈ ਨੌਜਵਾਨ ਬੈਠਾ ਹੋਵੇ, ਟੀਨੇਜਰ ਬੈਠਾ ਹੋਵੇ ਨਾ, ਤੇ ਬਾਣੀ ਕਰ ਕਹਿੰਦੇ ਨੇ ਤੇ ਤੂੰ ਸਦਕੇ ਜਾਣ ਤੇ ਦਿਲ ਕਰ, ਤੇਰੀ ਸੁਰਤੀ ਵੀ ਚੰਗੀ ਬਣ ਗਈ ਤੇ ਤੂੰ ਚੰਗੀ ਉਮਰ ਦੇ ਵਿੱਚ ਆ। ਇਹ ਨਹੀਂ ਕੋਈ ਬੁਢਾਪੇ 'ਚ ਨਹੀਂ ਆਉਣਾ, ਪਰ ਜੇ ਕੋਈ ਵੇਲੇ ਨਾਲ ਆ ਜਾਏ ਫਿਰ ਤੇ ਕਿਆ ਬਾਤਾਂ ਨੇ। ਉਮਰ ਸੁਹਾਵੜੀ ਸੰਗ ਸਵੰਨੜੀ ਦੇ, ਸੋਹਣਾ ਸਰੀਰ ਹੈ, ਤੂੰ ਮਸ਼ੱਕਤ ਕਰ ਸਕਦਾ, ਬੈਠ ਸਕਦਾ ਲੰਬੇ ਸਮੇਂ ਤੱਕ। ਵਿਰਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ, ਇਹ ਨੇ ਵਿਰਲਿਆਂ ਨੂੰ। पंच पैरुआ दर में रहते तिनका नहीं पतियारा, चेत सुचेत खबरदार हो, चित होए रहो, चित विच खबरदार होया रहो। पऊ लै प्रकाश उजियारा, फिर अंदर प्रकाश हो। नौ घर देख जो कामन भूली, बस अनूप ना पाई। केड़ी अनूप वस्त? हट नेम कर कोठड़ी बांधी, बस्त अनूप बीज पाई। वो जेड़ी अनूप वस्तु प्राप्त करनी है तो की तरीका है? नौ घर देख जो कामन भूली, बस अनूप ना पाई। जेड़ा नवां दरां विच उलझ गया ਉਹਨੂੰ ਉਹ नहीं प्राप्त। ਕਿਹੜੇ नौ दर? दो ਕੰਨ, दो ਅੱਖਾਂ, चार, दो नासका, 6 सतवीं रसना, 8 गुप्तांग, 7 गुप्तांग, 8 ਤੇ ਮੁੱਦਾ 9। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਏ। ਜਿਹੜਾ ਇਹਨਾਂ 9 ਨਵਾਂ ਵਿੱਚ ਉਲਝ ਗਿਆ, ਮਾਫ ਕਰਨਾ, ਕੰਨਾਂ ਨਾਲ ਨਿੰਦਾ ਸੁਣਦਾ ਹੈ ਔਰ ਇਸੇ ਤਰ੍ਹਾਂ ਬਾਕੀ ਇੰਦਰੀਆਂ ਦੀ ਦੁਰਵਰਤੋਂ ਕਰਦਾ ਹੈ, ਉਹਨੂੰ 10ਵਾਂ ਉਹਦਾ ਨਹੀਂ ਮਿਲੇਗਾ, 10ਵੀਂ ਚੀਜ਼ ਪ੍ਰਾਪਤ ਨਹੀਂ ਹੋਣੀ। ਹੁਣ ਸੌਖੀ ਐਗਜ਼ਾਮਪਲ ਦੇ, ਬੰਗਲਾ ਬਣਾਇਆ ਹੈ, ਟੂਟੀ ਦਾ ਪਾਣੀ ਕਦੀ ਆਉਂਦਾ ਕਦੀ ਨਹੀਂ ਆਉਂਦਾ, ਆਪਣੇ ਬੋਰ ਲਵਾ ਲਿਆ, ਉੱਤੇ ਵੱਡੀ ਟੈਂਕੀ ਲਵਾ ਲਈ। ਇੱਕ ਤੇ ਗਰਾਊਂਡ ਫਲੋਰ ਤੇ ਕੋਠੀ ਹੈ, ਇੱਕ ਉਦੋਂ ਉੱਤੇ ਹੈ ਔਰ ਅੱਧੀ ਕੁ ਉਦੋਂ ਉੱਤੇ ਵੀ। ਹੁਣ ਇਹਦੇ ਵਿੱਚ 7-8 ਤੇ ਵਾਸ਼ਰੂਮ ਨੇ, 3 ਕਿਚਨ ਨੇ, ਸੈਂਕ ਨੇ, ਟੂਟੀਆਂ ਸਾਰੀਆਂ ਖੁੱਲੀਆਂ ਤੇ ਮੋਟਰ ਚੱਲਦੀ ਏ, ਤੇ ਕਹਿੰਦਾ ਵੀ ਟੈਂਕੀ ਨਹੀਂ ਭਰੀ, ਉਹ ਜਿਹੜੀ ਪਾਈਪ ਲਾਈ ਏ ਓਵਰਫਲੋ ਪਾਣੀ ਵਾਲੀ, ਉਹਦੇ ਚੋਂ ਪਾਣੀ ਨਹੀਂ ਨਿਕਲਿਆ, ਬੜੇ ਚਿਰ ਦੀ ਮੋਟਰ ਚੱਲਦੀ ਏ ਪਈ, ਟੈਂਕੀ ਭਰਦੀ ਏ। ਤੁਸੀਂ ਦੱਸੋ ਵੀ ਟੈਂਕੀ ਕਿਵੇਂ ਭਰੇਗੀ? ਜੇ ਘਰ ਦੇ ਵਿੱਚ 9 ਟੂਟੀਆਂ ਖੁੱਲੀਆਂ ਹੋਣ ਤੇ ਟੈਂਕੀ ਕਿੱਥੋਂ ਭਰ ਜਾਏਗੀ? ਸਾਡੀਆਂ ਸਾਰਿਆਂ ਦੀਆਂ 9 ਟੂਟੀਆਂ ਖੁੱਲੀਆਂ, ਟੈਂਕੀ ਤਾਈਓ ਨਹੀਂ ਭਰਦੀ, ਅਦਰਵਾਈਜ਼ ਟੈਂਕੀ ਦੇਰ ਅਦੇਰ ਭਰ ਜਾਂਦੀ। ਸਾਰੀ ਊਰਜਾ ਕੰਨਾਂ ਰਾਹੀਂ, ਅੱਖਾਂ ਰਾਹੀਂ, ਨਾਸਕਾਂ ਰਾਹੀਂ, ਗੁਪਤਾਂਗਾਂ ਰਾਹੀਂ ਉਹ ਵੇਸਟ ਹੋ ਰਹੀ ਹੈ। ਹੁਣ ਉਹ ਦਸਮ ਦੇ ਵਿੱਚ ਕਿੱਥੋਂ ਚੜੇ?
ਸਾਡੇ ਸਮਾਜ ਵਿੱਚ ਇੱਥੇ ਬਹੁਤ ਖੁੱਲ੍ਹ ਕੇ ਕਈ ਵਚਨ ਨਹੀਂ ਹੁੰਦੇ, ਕਿਉਂਕਿ ਬੇਟੀਆਂ ਵੀ ਬੈਠੀਆਂ ਹੁੰਦੀਆਂ ਨੇ, ਭੈਣਾਂ ਵੀ ਬੈਠੀਆਂ ਹੁੰਦੀਆਂ ਨੇ, ਮਾਤਾਵਾਂ ਵੀ ਬੈਠੀਆਂ ਹੁੰਦੀਆਂ ਨੇ। ਮੁੱਕਦੀ ਗੱਲ ਇਹ ਵੇ ਵੀ ਉੱਡ ਕੇ ਕੱਸ ਕੇ 9 ਦੀਆਂ 9 ਟੂਟੀਆਂ ਜਿਹੜੀਆਂ ਨੇ ਬੰਦ ਕਰ ਦਿਓ। ਜੇ ਕੋਈ ਲੀਕ ਕਰਦੀ ਤੇ ਪਲੰਬਰ ਨੂੰ ਸੱਦੋ ਵੀ ਭਾਈ ਇਹਦੀ ਕੋਈ ਰਬੜ ਰੁਬੜ ਨਿਕਲੀ ਹੋਣੀ ਹੈ, ਪਾ ਕੇ ਜਾ, ਬਿੱਲ ਬੜਾ ਆਉਂਦਾ, ਘੜੀ ਮੁੜੀ ਟੈਂਕੀ ਭਰਨੀ ਪੈਂਦੀ ਹੈ, ਬਾਤ ਬਣ ਜਾਏਗੀ। ਪਰ 9 ਘਰ ਦੇਖ ਜੋ ਕਾਮਣ ਭੁੱਲੀ, ਜਿਹੜੀ ਇਹਨਾਂ ਨਵਾਂ ਵਿੱਚ ਉਲਝ ਗਈ, ਬਸਤ ਅਨੂਪ ਨਾ ਪਾਈ, ਕਹੋ ਕਬੀਰ ਨਵੇਂ ਘਰ ਮੂਸੇ 10ਵੇਂ ਤੱਤ ਸਮਾਈ। ਜਿਹਨੇ 9 ਟੂਟੀਆਂ ਬੰਦ ਕਰ ਲਈਆਂ ਉਹ 10ਵੇਂ ਤੱਕ ਪਹੁੰਚ ਜਾਏ। ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਵਿਸ਼ਰਾਮ। ਜਿਹੜੇ ਮੈਨੂੰ ਜਮ ਦਿਸਦੇ ਸਨ ਹੁਣ ਮੈਨੂੰ ਰੱਬ ਰੂਪ ਦਿਸਦੇ, ਹੁਣ ਦੁੱਖ ਬਿਨਸ ਗਏ, ਸੁੱਖ ਆ ਗਏ, ਪਰ ਉਹ ਕੁਛ ਨਹੀਂ ਬਦਲਿਆ। ਆਈਡੀਓਲੋਜੀ ਬਦਲੀ, ਮੇਰੀ ਥਾਟ ਬਦਲੀ, ਮੇਰੀ ਸੋਚ ਬਦਲੀ, ਮੇਰੀਆਂ ਅੱਖਾਂ ਤੇ ਜਿਹੜਾ ਨਫ਼ਰਤ ਦਾ ਚਸ਼ਮਾ ਸੀ ਚਰ ਕਰਕੇ ਮੈਂ ਲਾ ਦਿੱਤਾ। ਹੁਣ ਮੈਂ ਕਹਿਣਾ ਵਾਂ ਵੀ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਹੁਣ ਨਾ ਕੋ ਬੈਰੀ ਨਹੀਂ ਬੇਗਾਨਾ, और सगल संग हमको। ਹੁਣ ਸਭ ਕੋ ਮੀਤ ਹਮ ਆਪਣ ਕੀਨਾ, हम सबना के साजन दूर परायो मन का बिरा। तौ मेल कियो मेरे राज, जमते उल्ट पए हैं राम, दुख बिन से सुख कियो विश्राम। पैरी उल्ट पए हैं मीता, साजन उल्ट सुजन पै चीता। अब मोए सर्व कुशल कर जाने, शांत पई जब गोबिंद। ਅਸੀਂ ਕਹਿੰਦੇ ਹੋਰ ਸਭ ਠੀਕ ਠਾਕ ਹੈ ਨਾ, ਫੋਨ ਆਵੇ ਜੀ ਸਾਰੇ ਰਾਜੀ ਨੇ ਨਾ, ਰਾਜੀ ਸ਼ਬਦ ਠੇਠ ਪੰਜਾਬੀ ਦਾ। ਹੁਣ ਤੁਸੀਂ ਆ ਇੱਧਰ ਚਲੇ ਜਾਓ, ਯੂਪੀ ਪਰਾਂ ਬਿਹਾਰ ਚਲੇ ਜਾਓ, ਇਹਨਾਂ ਏਰੀਆ ਚਲੇ ਜਾਓ, ਉਹ ਪਤਾ ਕੀ ਕਹਿਣਗੇ, ਔਰ ਸਭ ਕੁਸ਼ਲ ਮੰਗਲ ਹੈ ਨਾ, ਏਦਾਂ ਹੀ ਉਹਨਾਂ ਦਾ ਥਰੋ ਦੇ ਵਿੱਚ ਏਦਾਂ ਹੀ ਕਹਿੰਦੇ। ਮੈਂ ਮੋਸਟਲੀ ਵੇਖਿਆ ਕੁਸ਼ਲ ਰਾਜੀ ਖੁਸ਼ੀ, ਸਭ ਕੁਸ਼ਲ ਮੰਗਲ ਹੈ ਨਾ। ਹੁਣ ਕਬੀਰ ਸਾਹਿਬ ਵੀ ਤਾਂ ਉਸੇ ਇਲਾਕੇ ਦੇ ਨੇ। ਅਬ ਮੈਂ ਸਰਬ ਕੁਸ਼ਲ ਕਰ ਜਾਂਦੇ ਹਾਂ, ਹੁਣ ਸਭ ਰਾਜੀ ਖੁਸ਼ੀ ਹੈ, ਹੁਣ ਅੰਦਰ ਸੁੱਖ ਸ਼ਾਂਤ ਹੈ, ਅੰਦਰ ਹੁਣ ਕੋਈ ਸਮੱਸਿਆ ਨਹੀਂ। ਸ਼ਾਂਤ ਭਈ ਕਦੋਂ ਪਈ, ਜਦ ਗੋਬਿੰਦ ਜਾਣਿਆ। ਜਦੋਂ ਗੋਬਿੰਦ ਨਾਲ ਜਾਣ ਪਛਾਣ ਹੋਈ ਨਾ, ਉਦੋਂ ਮੇਰਾ ਅੰਦਰਲਾ ਸ਼ਾਂਤ ਹੋਇਆ। ਗੋਬਿੰਦ ਨਾਲ ਜਾਣ ਪਛਾਣ ਕਿਵੇਂ ਹੋਵੇਗੀ, ਗੋਬਿੰਦ ਦੇ ਗੀਤ ਗਾਇਆ। ਸਾਰੀ ਗੁਰਬਾਣੀ ਵਿੱਚ ਗੋਬਿੰਦ ਦੀਆਂ ਤੇ ਗੱਲਾਂ ਨੇ। ਕਲਗੀਧਰ ਪਾਤਸ਼ਾਹ ਨੂੰ ਸਿੰਘਾਂ ਨੇ ਪੁੱਛਿਆ ਸੀ ਨਾ, ਮਹਾਰਾਜ ਤੁਸੀਂ ਕਹਿੰਦੇ ਹੋ ਅੱਜ ਮੈਂ ਜੋਤੀ ਜੋਤ ਸਮਾ ਜਾਣਾ, ਸਾਡੀਆਂ ਘੁੱਬਾਂ ਨਿਕਲ ਗਈਆਂ, ਤੁਸੀਂ ਕਹਿੰਦੇ ਰੋਵੋ ਨਾ, ਰੋਵੀਏ ਨਾ ਤੇ ਕੀ ਕਰੀਏ। ਹੁਣ ਤੇ ਤੁਹਾਡੇ ਨਾਲ ਪਰਿਵਾਰਕ ਸਮੱਸਿਆ ਵੀ ਸਾਂਝੀਆਂ ਕਰ ਲੈਂਦੇ ਆ, ਆਪਣੇ ਦੁੱਖ ਸਾਂਝੇ ਕਰ ਲੈਂਦੇ ਆ, ਗੱਲਾਂ ਕਰਦੇ ਆ, ਮਹਾਰਾਜ ਤੁਹਾਡੇ ਸਵਾਲ ਕਰਦੇ ਆ, ਤੁਸੀਂ ਜਵਾਬ ਦੇ, ਫਿਰ ਅਸੀਂ ਕਿਹਦੇ ਨਾਲ ਗੱਲਾਂ ਕਰਾਂਗੇ। ਤੇ ਹਜ਼ੂਰ ਨੇ ਬਚਨ ਕੀਤਾ ਸੀ, ਕੌਮ ਦੇ ਵਾਰਸੋ, ਹਜ਼ੂਰ ਨੇ ਕਿਹਾ ਸੀ ਜਿੱਦਣ ਮੇਰੇ ਨਾਲ ਗੱਲਾਂ ਕਰਨ ਦਾ ਦਿਲ ਕਰੇ ਨਾ, ਉਦੋਂ ਸੋਹਣੀ ਤਰ੍ਹਾਂ ਭਾਵਨਾ ਨਾਲ ਇਸ਼ਨਾਨ ਪਾਨ ਕਰਕੇ, ਸੋਹਣੇ ਬਸਤਰ ਪਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਜਾਣਾ। ਭਾਵਨਾ ਨਾਲ ਅੱਖਾਂ ਖੋਲ ਕੇ, ਕੰਨ ਖੋਲ ਕੇ ਗੁਰਬਾਣੀ ਪਾਠ ਕਰਨਾ, ਤੁਹਾਨੂੰ ਇੰਝ ਲੱਗੇਗਾ ਜਿਵੇਂ ਕਲਗੀਆਂ ਵਾਲੀਆਂ ਗੱਲਾਂ। ਪਰ ਮੈਂ ਫਿਰ ਅਰਜ਼ ਕਰਾਂ, ਹੁਣ ਪਾਠ ਕਰਨ ਵਾਸਤੇ ਤੇ ਅਸੀਂ ਪਾਠੀ ਰੱਖੇ ਨੇ, ਵੀ ਤੈਨੂੰ ਪੈਸੇ ਦਿਆਂਗੇ ਤੂੰ ਪਾਠ ਕਰ। ਅਸੀਂ ਸੁਣਨਾ ਵੀ ਕੋਈ ਨਹੀਂ, ਗੁੱਸਾ ਨਾ ਕਰੀ, ਤੈਨੂੰ ਆਉਂਦੇ ਨੂੰ ਚਾਹ ਪਿਆਵਾਂਗੇ, ਨਾਲ ਬਿਸਕੁਟ ਵੀ ਰੱਖਾਂਗੇ ਟਰੇ ਦੇ ਵਿੱਚ, ਤੇ ਜਾਣ ਲੱਗੇ ਨੂੰ ਪ੍ਰਸ਼ਾਦਾ ਵੀ ਪੁੱਛਾਂਗੇ, ਭੋਗ ਵਾਲੇ ਦਿਨ ਸੂਟ ਵੀ ਬਣਾ ਕੇ ਦੇਵਾਂਗੇ, ਲਿਫਾਫੇ 'ਚ ਪੈਸੇ ਵੀ ਪਾਵਾਂਗੇ। ਪਰ ਸਾਨੂੰ ਏਦਾਂ ਨਾ ਕਦੇ ਵੀ ਕੋਲ ਬੈ ਕਿਸੇ ਨੂੰ, ਇਹਦੇ ਸਾਨੂੰ ਆਂਦੇ ਜਿਵੇਂ ਕੋਬਰਾ ਡੰਗ ਮਾਰ ਲਵੇ। ਮੈਂ ਇੱਥੇ ਹਰਨਾਮ ਨਗਰ ਮਾਡਲ ਟਾਊਨ ਸ਼ੁਰੂ ਜਦੋਂ ਕਾਲਜ ਆਇਆ, ਇੱਥੇ ਪੜ੍ਹਾਉਣ ਦੀ ਕਥਾ ਕੀਤੀ, ਬੜਾ ਕਮੇਟੀ ਨੇ ਸਾਥ ਦਿੱਤਾ, ਮੈਨੂੰ ਉਹ ਗੱਲ ਭੁੱਲਦੀ ਨਹੀਂ। ਜਿਹੜੇ ਪ੍ਰਧਾਨ ਸਨ ਉਹਨਾਂ ਨੇ ਸੰਗਤਾਂ ਨੂੰ ਸੱਦ ਕੇ, ਰਿਸ਼ਤੇਦਾਰਾਂ ਨੂੰ, ਸੱਜਣਾਂ ਨੂੰ, ਅਸੀਂ ਇੱਕ ਕਥਾਵਾਚਕ ਰੱਖਿਆ, ਬੜੀ ਮਿਹਨਤ ਕਰਕੇ ਬੋਲਦਾ ਆਵਿਆ ਕਿ ਗੁਰਦੁਆਰਾ ਭਰਨ ਲੱਗ ਪਿਆ, ਬੜੀ ਗੱਲ ਬਣੀ। ਇੱਕ ਦਿਨ ਮੈਨੂੰ ਘਰ ਲੈ ਕੇ ਪੁੱਛਿਆ, ਉਹਨਾਂ ਦਾ ਪੋਤਰਾ ਸੀ, ਉਹਨੇ +2 ਪਾਸ ਕੀਤੀ ਸੀ, ਹੁਣ ਉਹ ਕਿਸੇ ਹੋਰ ਫੀਲਡ 'ਚ, ਕਿਉਂਕਿ +2 ਅਬਲ ਤੇ 10ਵੀਂ ਤੋਂ ਬਾਅਦ ਹੀ ਬੱਚਾ ਚਰਾਏ 'ਚ ਖੜਾ ਹੋ ਜਾਂਦਾ ਵੀ ਹੁਣ ਆਰਟ ਲੈਣਾ ਹੈ ਜਾਂ ਨੌਨ ਮੈਡੀਕਲ ਲੈਣਾ ਜਾਂ ਮੈਡੀਕਲ ਲੈਣਾ, ਉੱਥੇ ਸੋਚਣਾ ਪੈਂਦਾ। ਖੈਰ ਉਹ ਤੁਹਾਨੂੰ ਸਾਰੇ ਗ੍ਰਸਤੀਆਂ ਨੂੰ ਪਤਾ। ਮੈਂ ਉਹਨੂੰ ਪੁੱਛਿਆ, ਮੈਂ ਬਾਪੂ ਇਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਮੈਂ ਵੀ ਯੰਗ ਸਾਂ ਉਦੋਂ, ਉਹ ਬਿਰਧ ਸਾਂ ਉਦੋਂ, ਤੇ ਮੈਂ ਸੱਦਾਂ ਦੇ ਨੇੜੇ ਆਪਣਾ, ਮੈਨੂੰ ਲੋਕ ਬਾਪੂ ਕਹਿੰਦੇ ਨੇ, ਕੋਈ ਹਰਜ ਨਹੀਂ, ਹੁਣ ਹੈ ਹੀ ਬਾਪੂ ਆ।
ਮੈਂ ਕਿਹਾ ਬਾਪੂ ਇਹ ਬੱਚਾ ਆਖਣ ਲੱਗਿਆ ਨੇ +2 ਕਰ ਲਈ ਹੈ ਤੇ ਹੁਣ ਪਤਾ ਨਹੀਂ ਉਹਨਾਂ ਕਿਹਾ ਵੀ ਡਾਕਟਰ ਵਾਲੇ ਪਾਸੇ ਜਾਣਾ ਹੈ ਜਾਂ ਇੰਜੀਨੀਅਰਿੰਗ ਵਾਲੇ ਪਾਸੇ ਜਾਣਾ। ਮੈਂ ਕਿਹਾ ਵੀ ਇਹਨਾਂ ਨੂੰ ਕਾਲਜ ਭੇਜੀਏ ਡਿਪਲੋਮਾ ਕਰਨ ਲਈ ਗੁਰਮਤ ਦਾ। ਉਹਨਾਂ ਬੜਾ ਗੁੱਸਾ ਕੀਤਾ, ਕਿੰਨਾ ਚਿਰ ਬੋਲੇ ਹੀ ਉਹਨਾਂ ਨੇ ਗੁੱਸਾ ਕੀਤਾ। ਹੁਣ ਦੱਸੋ ਬਈ ਇਹ ਕੰਮ ਕੌਣ ਕਰੇਗਾ? ਕੀਰਤਨ ਕੌਣ ਕਰੇਗਾ? ਕਥਾ ਕੌਣ ਕਰੇਗਾ? ਸਾਡਾ ਸਟੈਂਡਰਡ ਡਾਊਨ ਹੁੰਦਾ ਇਹਦੇ ਨਾਲ। ਤੇ ਫਿਰ ਕਿਹਨਾਂ ਨੂੰ? ਮੁਸਲਮਾਨਾਂ ਨੂੰ ਹਾਇਰ ਕਰੋਗੇ, ਈਸਾਈਆਂ ਨੂੰ ਹਾਇਰ ਕਰੋਗੇ, ਹਿੰਦੂਆਂ ਨੂੰ ਹਾਇਰ ਕਰੋਗੇ, ਕਿਹਨੂੰ ਕਰੋਗੇ? ਜਿਹੜਾ ਕੰਮ ਸਿੱਖਾਂ ਆਮ ਸਿੱਖਾਂ ਕੋਲੋਂ ਕਰਾਣਾ ਅਮੀਰ ਸਿੱਖ ਕਿਉਂ ਨਹੀਂ ਕਰਦੇ? ਜੇ ਚਮਕੌਰ ਦੇ ਜੰਗ ਵਿੱਚ ਸਿੰਘ ਲੜਦੇ ਨੇ ਤੇ ਕਲਗੀਆਂ ਵਾਲੇ ਆਪਣੇ 2 ਸਾਹਿਬਜ਼ਾਦੇ ਵੀ ਉਤਾਰ ਦਿੰਦੇ ਵੀ ਭਾਈ ਤੁਸੀਂ ਵੀ ਲੜੋ, ਸਾਰੇ ਲੜ ਰਹੇ ਨੇ, ਤੁਹਾਨੂੰ ਵੀ ਲੜਨਾ ਪੈਣਾ, ਭਾਵੇਂ ਤੁਸੀਂ 40 ਹੋ ਤੇ ਉਹ 10 ਲੱਖ ਨੇ, ਤੁਹਾਨੂੰ ਵੀ ਸ਼ਹੀਦ ਹੋਣਾ ਪੈਣਾ, ਤੁਸੀਂ ਵੀ ਸਿੱਖ ਹੋ। ਤੇ ਜੇ ਕਲਗੀਆਂ ਵਾਲਾ ਆਪਣੇ ਪੁੱਤਰਾਂ ਤੋਂ ਜੰਗ ਕਰਾ ਸਕਦਾ, ਤੁਸੀਂ ਆਪਣੇ ਪੁੱਤਰਾਂ ਤੋਂ ਕਥਾ ਕਿਉਂ ਨਹੀਂ ਕਰਾ ਸਕਦੇ? ਕੀਰਤਨ ਕਿਉਂ ਨਹੀਂ ਕਰਾ ਸਕਦੇ? ਪਾਠ ਕਿਉਂ ਨਹੀਂ ਕਰਾ ਸਕਦੇ? ਇਹਦੇ ਵਿੱਚ ਹੱਤਕ ਕੀ ਹੈ? ਤੇ ਜੇ ਹੱਤਕ ਹੈ ਤੇ ਫਿਰ ਇਸ ਸ਼੍ਰੇਣੀ ਦਾ ਇੰਨਾ ਮਾਨ ਕਰਨਾ ਸ਼ੁਰੂ ਕਰ ਦਿਓ ਵੀ ਬੱਚੇ ਭੱਜ ਕੇ ਇਸ ਫੀਲਡ ਵਿੱਚ ਆਉਣ। ਅਨਾਦਰ ਨਾ ਕਰਿਆ ਕਰੋ, ਲੋੜਾਂ ਉਹਨਾਂ ਦੀਆਂ ਦੱਬ ਕੇ ਪੂਰੀਆਂ ਕਰੋ ਤਾਂ ਕਿ ਉਹ ਇੱਧਰ ਉੱਧਰ ਨਾ ਝਾਕਣ। ਇੰਨੀ ਮਾਇਆ ਦੇ ਦਿਓ ਬਈ ਉਹ ਦੂਜੇ ਫੀਲਡ ਵਿੱਚ ਜਾਣ ਦੀ ਬਜਾਏ ਆਖਣ ਅਸੀਂ ਆਉਣਾ ਹੀ ਇਸ ਪਾਸੇ ਹੈ, ਮੈਰਿਟ ਸਿਸਟਮ ਸ਼ੁਰੂ ਹੋ ਜਾਏ। ਉਹ ਵੀ ਤਾਂ ਤੁਸੀਂ ਐਟਮੋਸਫੇਅਰ ਕ੍ਰੀਏਟ ਕਰਨਾ ਹੈ ਨਾ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ ਵੀ ਹੁਣ ਸਭ ਕੁਸ਼ਲ ਮੰਗਲ ਅਬ ਮੋਏ ਸਰਬ ਕੁਸ਼ਲ ਕਰ ਜਾਣਿਆ, ਸ਼ਾਂਤ ਭਈ ਜਬ ਗੋਬਿੰਦ ਜਾਣ। ਗੋਬਿੰਦ ਨੂੰ ਕਿਵੇਂ ਜਾਣੋਗੇ? ਹਜ਼ੂਰ ਕਹਿਣ ਲੱਗੇ ਜੋ ਮਮ ਸਾਥ ਚਾਹੇ ਕਰ ਬਾਤਾਂ। ਜੋ ਕਲਗੀਆਂ ਵਾਲੇ ਸਿੱਖਾਂ ਨੂੰ ਕਹਿ ਰਹੇ ਨੇ, ਮਮ ਸਾਥ ਚਾਹੇ ਕਰ ਬਾਤ, ਜਿਹਦਾ ਮੇਰੇ ਨਾਲ ਗੱਲਾਂ ਕਰਨ ਤੇ ਦਿਲ ਕਰੇ, ਗ੍ਰੰਥ ਜੀ ਪੜ੍ਹੇ। ਇੱਕ ਗੱਲ ਪਲੱਸ ਕਰ ਦਿੱਤੀ, ਪਤਾ ਕਿਵੇਂ? ਗ੍ਰੰਥ ਜੀ ਪੜ੍ਹੇ, ਵਿਚਾਰੇ ਸਾਹਿਬ, ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ। ਇਹ ਨਹੀਂ ਵੀ ਪੜ੍ਹ ਤੇ ਗਿਆ ਜਾਂ ਅਰਜ਼ ਗੁਫ਼ਤਮ ਪੇਸ਼ ਤੋਂ ਦਰਗੋਸ਼ ਮੁਨ ਕਰਤਾ ਅਕਾ ਕਬੀਰ ਕਰੀਮ ਤੂੰ ਬੇ, ਉਹਨੂੰ ਪਤਾ ਹੀ ਨਹੀਂ ਇਹਦੇ ਵਿੱਚ ਹੈ। ਵਿਚਾਰ ਨਾਲ ਪੜ੍ਹੇ, ਤੁਹਾਨੂੰ ਅੱਜ ਲੱਗੇਗਾ ਕਲਗੀਆਂ ਵਾਲੇ ਨਾਲ ਗੱਲਾਂ। ਹਾਏ ਰੱਬਾ, ਹੁਣ ਇਹ ਕੌਣ ਕਰੇ? ਇਹ ਪਾਠੀ ਸੇਨ ਕਰਨ, ਰਾਗੀ ਸੇਨ ਕਰਨ, ਕਥਾਵਾਚਕ ਸੇਨ ਕਰਨ। ਤੇ ਭਾਈ ਕੋਈ ਗੱਲ ਨਹੀਂ, ਗੁਰਮਤ ਵਿੱਚ ਇਹ ਵੀ ਵੇਦ ਹੈ ਵੀ ਜੇ ਅਸੀਂ ਆਪ ਪਾਠ ਨਹੀਂ ਕਰ ਸਕਦੇ ਤੇ ਅਸੀਂ ਪਾਠੀ ਸਿੰਘਾਂ ਤੋਂ ਕਰਾ ਸਕਦੇ ਹਾਂ, ਪਰ ਸੁਣਨ ਦੀ ਹਦਾਇਤ, ਵੱਧ ਤੋਂ ਵੱਧ ਸਮਾਂ ਕੋਲ ਬਹਿ ਕੇ ਸਰਵਣ ਕਰਨਾ। ਇੱਕ ਮੈਂ ਹੋਰ ਆਪਣੇ ਸਮਾਜ ਵਿੱਚ ਚੀਜ਼ ਵੇਖੀ ਹੈ ਤੇ ਉਹਦੇ ਵਿੱਚ ਚੰਗੀ ਭਾਵਨਾ, ਪਰ ਉਹ ਥੋੜਾ ਜਿਹਾ ਸੁਧਾਰ ਕਰਨੀ। ਘਰ ਵਿੱਚ ਸਹਿਜ ਪਾਠ, ਅਖੰਡ ਪਾਠ ਹੋਵੇ ਨਾ, ਤੇ ਸਾਡੇ ਰਿਸ਼ਤੇਦਾਰ ਆਂਢ ਗੁਆਂਢ ਆਉਂਦਾ ਵੀ ਉਹ ਕਹਿਣਗੇ ਅਸੀਂ ਪਾਠ ਰਖਵਾਇਆ, ਉਹ ਆਏ, ਉਹ ਫਿਰ ਜਿਵੇਂ ਹੀ ਆ ਕੇ ਬੈਠਦੇ ਨੇ ਨਾ, ਅਸੀਂ ਉੱਥੇ ਹੀ ਲਿਆ ਕੇ ਉਹਦੇ ਅੱਗੇ ਚਾਹ ਦਾ ਕੱਪ। ਇਹ ਨਾ ਕਰਿਆ, ਉਹਨੂੰ ਚਾਹ ਜ਼ਰੂਰ ਪਿਆਓ, ਪਰ ਵੇਟ ਕਰੋ। 1 ਸ਼ਬਦ, 2 ਸ਼ਬਦ, 5 ਮਿੰਟ, 10 ਮਿੰਟ, 15 ਮਿੰਟ, ਜਿੰਨਾ ਚਿਰ ਉਹਨੇ ਸੁਣਨਾ ਸੁਣੇ। ਜਦੋਂ ਉਹ ਜਾਣ ਲੱਗਾ ਫਿਰ ਬਾਹਰ ਤੋਂ ਪਕੜ ਕੇ ਸੋਫੇ ਤੇ ਬੈਠਾ, ਕੁਛ ਨਾ ਕੁਛ ਲੈ ਕੇ ਜਾਓ। ਜਿੰਨਾ ਕੁ ਚਿਰ ਉਹ ਸੁਣਦਾ ਹੈ, ਆਪ ਨਹੀਂ ਸੁਣਨਾ, ਕਮ ਸੇ ਕਮ ਉਹਨੂੰ ਸੁਣਦੇ। ਸਾਨੂੰ ਇਹ ਟੈਨਸ਼ਨ ਹੁੰਦੀ ਹੈ ਵੀ ਕਿਤੇ ਚਾਹ ਤੋਂ ਨਾ ਖਾਲੀ ਟੁੱਟ ਜਾਏ, ਤਾਂ ਇਹ ਨਾ ਕਰਿਆ ਕਰੋ ਪਲੀਜ਼। ਇਹ ਆਪਾਂ ਇਦਾਂ ਦੀਆਂ ਗੱਲਾਂ ਵੀ ਸੰਗਤ ਵਿੱਚ ਹੀ ਸ਼ੇਅਰ ਕਰਨੀਆਂ ਨੇ। ਥੱਲੇ ਤੇ ਉਤਰਦਿਆਂ ਸਰ ਮੈਂ ਵੀ ਭੱਜ ਜਾਣਾ ਤੇ ਤੁਸੀਂ ਵੀ ਭੱਜ ਜਾਣਾ। ਇਸ ਵਾਸਤੇ ਛੋਟੀਆਂ ਛੋਟੀਆਂ ਕੁਰੀਤੀਆਂ ਜਿਹੜੀਆਂ ਆ ਰਹੀਆਂ ਨੇ, ਉਹ ਵੀ ਵਿੱਚ ਮਿੰਟ 2 ਮਿੰਟ ਖਰਚ ਕਰਕੇ ਜੇ ਸ਼ੇਅਰ ਹੋ ਜਾਣ ਕੋਈ ਮਾੜੀ ਗੱਲ, ਤਾਂ ਕਿ ਸੁਧਾਰ ਹੋ ਸਕੇ। ਗੁਰਕਥਾ ਦਾ ਪ੍ਰਯੋਜਨ ਕੀ ਹੈ? ਸ਼ਾਂਤ ਭਈ ਜਬ ਗੋਬਿੰਦ ਜਾਣਿਆ। ਗੋਬਿੰਦ ਨੂੰ ਜਾਣਨ ਲਈ ਬਾਣੀ ਵਿਚਾਰ ਨਾਲ ਪੜ੍ਹਨੀ ਪਵੇਗੀ, ਕੋਈ ਵਿਕਲਪ ਨਹੀਂ ਇਹਦਾ, ਕੋਈ ਹੋਰ ਸੋਲੂਸ਼ਨ ਨਹੀਂਗਾ। ਗੁਰਬਾਣੀ ਹੀ ਉਹਦੀਆਂ ਗੱਲਾਂ ਨੇ, ਗੁਰਬਾਣੀ ਵਿੱਚ ਹੀ ਉਹਦੀ ਜਾਣ ਪਛਾਣ। ਤਨ ਮੈਂ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਿਜ। ਮੇਰੇ ਤਨ ਵਿੱਚ ਬੜੇ ਬਖੇੜੇ ਸਨ ਪਹਿਲਾਂ ਬਖਾਰਾ। ਤਨ ਮੈਂ ਹੋਤੀ ਕੋਟ ਉਪਾਦ, ਕੋਟ ਦੇ ਟੈਂਕੇ ਨੂੰ ਹੁਸ਼ਿਆਰੀ ਆ ਜਾਏ ਤੇ ਗਿਣਤੀ ਦਾ ਕਰੋੜ ਬਣ ਜਾਂਦਾ। ਕੋਟ ਦਾ ਟੈਂਕੇ ਨੂੰ ਹੁਸ਼ਿਆਰੀ ਨਾ ਆਵੇ ਤਾਂ ਕਿਲਾ ਹੁੰਦਾ। ਔਂਕੜ ਆ ਜਾਏ ਟੈਂਕੇ ਨੂੰ ਤੇ 1 ਕਿਲਾ ਹੁੰਦਾ, ਮੁਕਤਾ ਹੋਵੇ ਤੇ ਜ਼ਿਆਦੇ ਕਿਲੇ ਹੁੰਦਾ। ਔਰ ਜੇ ਹੁਸ਼ਿਆਰੀ ਆ ਜਾਏ ਤੇ ਉਹਦੇ ਅਰਥ ਗਿਣਤੀ ਦੇ ਕਰੋੜ ਹੋ ਜਾਂਦੇ। ਤਨ ਮੈਂ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਿਜ ਸਮਾ। ਹੁਣ ਉਹ ਜਿਹੜੇ ਵਕਾਰ ਸਨ, ਦੁੱਖ ਦਿੰਦੇ ਸਨ, ਉਹ ਉਲਟੇ ਸੁਖ ਦਿੰਦੇ ਨੇ। ਹੁਣ ਅੰਦਰੋਂ ਕਿਉਂਕਿ ਬਿਰਤੀ ਜੁੜ ਗਈ, ਸਮਾਧੀ ਲੱਗ ਗਈ। ਰਹਿੰਦੇ 1.5 ਮਿੰਟ ਵਿੱਚ ਮੈਂ ਬਾਕੀ ਸ਼ਬਦ ਦੇ ਵੀ ਆਖਰੀ ਅਰਥ ਕਰਦੇ ਹਾਂ। ਹੁਣ ਆਪ ਪਛਾਣੈ ਆਪੇ ਆਪ, ਰੋਗ ਨਾ ਵਿਆਪੈ ਤੀਨੋਂ। ਹੁਣ ਮੈਂ ਆਪਣੇ ਆਪੇ ਦੀ ਪਛਾਣ ਕਰਦੀ।
ਕ੍ਰਾਈਮ ਨੂੰ ਘਟਾਉਣ ਵਾਸਤੇ ਕੈਮਰੇ ਮੁਬਾਰਕ ਨੇ, ਥਾਂ ਥਾਂ ਤੇ ਲੱਗੇ ਨੇ, ਚੰਗੀ ਗੱਲ ਹੈ, ਕ੍ਰਿਮੀਨਲ ਕਾਬੂ ਚ ਆ ਜਾਂਦੇ ਨੇ। ਪਰ ਉਂਝ ਨਾ ਮਨੁੱਖ ਹਰ ਇੱਕ ਨੂੰ ਕੇਅਰ ਕਰਦਾ ਵੀ ਕੌਣ ਕੀ ਕਰ ਰਿਹਾ। ਸਿਰਫ ਆਪਣੇ ਆਪ ਨੂੰ ਹਰ ਵਕਤ ਕੇਅਰ ਕਰੋ। ਨਹੀਂ ਤੇ ਇੱਕ ਸੌਖਾ ਜਿਹਾ ਤਰੀਕਾ ਹੈ, ਜਦੋਂ ਸ਼ਾਮ ਨੂੰ ਸੌਣ ਵਾਸਤੇ ਬੈੱਡ ਤੇ ਜਾਂਦੇ ਆ ਨਾ, ਸੋਲਾ ਸਾਫ ਕਰਦੇ ਆ, ਜਾਂ ਜੇ ਕੋਈ ਨਹੀਂ ਵੀ ਕਰਦਾ, ਉਹ ਮਾਰਨਿੰਗ ਤੋਂ ਲੈ ਕੇ ਨਾਈਟ ਦੇਰ ਰਾਤ ਤੱਕ ਆਪਣੀ ਸਾਰੀ ਐਕਟੀਵਿਟੀ ਤੇ ਪੰਛੀ ਝਾਕ ਮਾਰੇ। ਤੇ ਜੇ ਮਹਿਸੂਸ ਹੋਵੇ ਵੀ ਫਲਾਣੇ ਥਾਂ ਤੇ ਅੱਜ ਮੈਂ ਬਹੁਤ ਰੌਂਗ ਕੀਤਾ, ਤੇ ਇੱਕ ਛੋਟੀ ਜੀ ਡਾਇਰੀ ਰੱਖੋ, ਉਹਦੇ ਵਿੱਚ ਨੋਟ ਕਰ ਲਓ ਵੀ ਅੱਜ ਮੈਂ ਆਹ ਮਿਸਟੇਕ ਕੀਤੀ ਔਰ ਮੈਨੂੰ ਫੀਲ ਹੋਇਆ ਵੀ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਅਗਲੇ ਦਿਨ ਫਿਰ ਲਿਖੋ, ਪਰ ਪਿਛਲਿਆਂ ਨੂੰ ਪੜ੍ਹ ਲਓ, ਸੁਧਾਰ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਸਭ ਨੂੰ ਕੇਅਰ ਕਰਦੇ ਆ, ਕੌਣ ਕੀ ਕਿਹਦੇ ਨਾਲ ਕੀ ਗੱਲ ਕਰ ਰਿਹਾ, ਕਿਹਦੇ ਕੋਲ ਖਲੋ ਰਿਹਾ, ਕਿੱਥੇ ਜਾ ਰਿਹਾ, ਕਿੱਥੇ, ਸਾਰੀ એનર્ਜੀ ਉੱਧਰ ਖਰਚ ਹੋ ਰਹੀ। ਜੇ ਨਹੀਂ ਕੇਅਰ ਕਰ ਰਿਹਾ ਤੇ ਆਪਣੇ ਆਪ, ਇਹ ਬੜੀ ਵੱਡੀ ਵਿਡੰਬਨਾ। ਜਿਨ੍ਹਾਂ ਨੂੰ ਸਮਝ ਆ ਜਾਏ ਉਹ ਕਹਿੰਦੇ ਨੇ ਵੀ ਮੈਂ ਆਪਣੇ ਆਪ ਨੂੰ ਕੇਅਰ ਕਰਨਾ, ਕੋਈ ਕੀ ਕਰਦਾ, ਜਿਹੜਾ ਕਰੇਗਾ ਉਹ ਪਰੇ, ਮੈਂ ਕੀ ਲੈਣਾ। ਔਰ ਕਈ ਵਾਰ ਅਗਲਾ ਕੁਝ ਵੀ ਨਹੀਂ ਕਰ ਰਿਹਾ ਹੁੰਦਾ, ਸਿਰਫ ਸਾਡੀ ਦ੍ਰਿਸ਼ਟੀ ਇਹ ਹੁੰਦੀ ਹੈ ਵੀ ਸਾਨੂੰ ਲੱਗਦਾ ਵੀ ਇਹ ਬਹੁਤ ਰੌਂਗ ਕਰ ਰਿਹਾ, ਇਹ ਵੀ ਮਰਜ਼ ਕਰਦੇ। ਖੈਰ, ਆਪ ਪਛਾਣੇ ਆਪੇ ਆਪ, ਆਪਣੇ ਆਪੇ ਦੀ ਪਛਾਣ ਕਰਨੀ, ਮੇਰੀ ਅਵਸਥਾ ਕੀ ਹੈ, ਮੈਂ ਕਿੱਥੇ ਰੌਂਗ ਆ, ਕਿੱਥੇ ਰਾਈਟ ਆ, ਮੇਰੇ ਵਿੱਚ ਕੀ ਗੁਣ ਨੇ, ਕੀ ਔਗਣ ਨੇ। ਜਦੋਂ ਇਹ ਸਵੈ ਪੜਚੋਲ ਕਰਨੀ ਸ਼ੁਰੂ ਕਰ ਦਈਏ ਨਾ, ਤੇ ਜ਼ਿੰਦਗੀ ਪਾਲਿਸ਼ ਹੋਣੀ ਸ਼ੁਰੂ ਹੋ ਜਾਂਦੀ, ਗਰੋਥ ਹੋਣੀ ਸ਼ੁਰੂ ਹੋ ਜਾਂਦੀ। ਆਪਣੀ ਨਿੰਦਾ ਸੁਣਨ ਦੀ ਵਾਦੀ ਪਾਈਏ, ਅੱਗ ਬਬੂਲੇ ਨਾ ਹੋਈਏ। ਜੇ ਕੋਈ ਆਲੋਚਨਾ ਕਰਦਾ ਤੇ ਇੱਕਦਮ ਸਚੇਤ ਹੋ ਜਾਈਏ ਵੀ ਮੈਂ ਸੁਣਨੀ ਹੈ, ਔਰ ਮੈਂ ਗੁੱਸਾ ਵੀ ਨਹੀਂ ਕਰਦਾ। ਔਰ ਜਿੱਥੇ ਕੋਈ ਤਾਰੀਫ ਕਰੇ ਉੱਥੋਂ ਭੱਜ ਜਾਓ। ਜੇ ਆਪਣੀ ਉਸਤਤ ਸੁਣਨ ਦੀ ਆਦਤ ਪੈ ਗਈ ਤੇ ਬੌਣੇ ਹੋਣੇ ਸ਼ੁਰੂ ਹੋ ਜਾਣ। ਉਸਤਤ ਨਹੀਂ ਸੁਣਨੀ, ਨਿੰਦਾ ਸੁਣੀ ਜਾਏ ਤੇ ਜ਼ਰੂਰ ਸੁਣਨੀ। ਆਪ ਪਛਾਣੇ ਆਪੇ ਆਪ, ਰੋਗ ਨਾ ਵਿਆਪੈ तीनों ताप, ਅਬ ਮਨ ਉਲਟ ਸਨਾਤਨ ਹੁਆ। ਸਨਾਤਨ ਦੇ ਅੱਖਰੀ ਅਰਥ ਨੇ ਪੁਰਾਣਾ। ਜਿਵੇਂ ਦਾ ਮਨ ਮੈਂ ਜਨਮ ਲੈਣ ਵੇਲੇ ਲੈ ਕੇ ਆਇਆ ਸਾਂ, ਹੁਣ ਮੇਰਾ ਮਨ ਉਸ ਤਰ੍ਹਾਂ ਬੱਚਿਆਂ ਵਰਗਾ ਹੋ ਗਿਆ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੂਜੈ ਨਾ ਰਤਨ। ਜਿਵੇਂ ਜ਼ਮੀਨ ਚੋਂ ਨਿਕਲਿਆ ਸਾਂ, ਜਿਵੇਂ ਪੈਦਾ ਹੋਣ ਵੇਲੇ ਮੇਰੀ ਸੁਰਤੀ ਬਿਰਤੀ ਸੀ, ਜੇ ਕਿਤੇ ਉਸ ਤਰ੍ਹਾਂ ਦੀ ਪਰਤ ਕੇ ਮੇਰੀ ਬਿਰਤੀ ਬਣ ਜਾਏ ਤੇ ਫਿਰ ਤੇ ਹੀਰੇ ਜਵਾਹਰਾਤ ਵੀ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਤਿਵੇਂ ਤਿਵੇਂ ਮੇਰੇ ਅੰਦਰ ਸਾਰਾ ਕੁਝ ਇਕੱਠਾ ਹੁੰਦਾ ਗਿਆ। ਅੱਖਾਂ ਨਾਲ ਵੇਖ ਵੇਖ ਕੇ, ਕੰਨਾਂ ਨਾਲ ਸੁਣ ਸੁਣ ਕੇ, ਜਿਹਨੂੰ ਮੈਂ ਗਿਆਨ ਕਹਿੰਦਾ ਵਾ, ਉਹ ਸਾਰਾ ਗੰਦ ਮੰਦ ਮੈਂ ਆਪਣੇ ਅੰਦਰ ਪਾ ਲਿਆ। अब मन उल्ट सनातन हुआ, तब जानिया जब जीवत हुआ। पर मैं वकारां वालों अंदरों जिउंदे जी मर गया। अंत विच कहंदे ने, कहो कबीर सुख सहज समावो, आप ना डरो ना अवर डरो। हुण मैं आइडियोलॉजी बदल के अंदरों सुख दे विच, आत्मक अडोलता विच टिक गया। ਹੁਣ ਮੈਂ ਕਿਸੇ ਤੋਂ ਡਰਦਾ ਨਹੀਂ, ਪਰ ਮੈਂ ਕਿਸੇ ਨੂੰ ਡਰਾਉਣ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। ਡਰਾਉਂਦਾ ਕੌਣ ਹੈ? ਡਰਿਆ ਹੋਇਆ ਵਿਅਕਤੀ ਦੂਜਿਆਂ ਨੂੰ ਡਰਾਉਂਦਾ ਜੀ, ਦੂਜਾ ਨਹੀਂ ਡਰਾਉਂਦਾ। ਮਨੁੱਖ ਦਾ ਤੇ ਸੱਪ ਦਾ ਸਾਹਮਣਾ ਹੋ ਜਾਏ, ਸੱਪ ਨਹੀਂ ਵੱਢਦਾ, ਕਾਲਜਾ। ਜਦੋਂ ਸੱਪ ਨੂੰ ਲੱਗੇ ਵੀ ਹੁਣ ਮੈਂ ਬਚਦਾ ਨਹੀਂ, ਫਿਰ ਉਹ ਡੰਗ ਮਾਰਨ ਦੀ ਹਰ ਕੋਸ਼ਿਸ਼ ਕਰੇ। ਡਰਿਆ ਹੋਇਆ ਸੱਪ ਡੰਗ ਮਾਰਦਾ, ਅਦਰਵਾਈਜ਼ ਨਹੀਂ। ਡਰਿਆ ਹੋਇਆ ਬੰਦਾ ਪਹਿਲਾਂ ਕਿਸੇ ਦੂਜੇ ਬੰਦੇ ਨੂੰ ਡਰਾਉਂਦਾ ਵੀ ਮੈਂ ਪ੍ਰਭਾਵ ਪਾ ਲਵਾਂ, ਇਹ ਮੈਨੂੰ ਏਦਾਂ ਨਾ ਕਰ ਦੇ। ਡਰਿਆ ਹੋਇਆ ਬੰਦਾ ਡਰਾਉਂਦਾ, ਨਿਡਰ ਬੰਦਾ ਨਹੀਂ ਡਰਾਉਂਦਾ। ਇਹ ਵੀ ਮਰਜ਼ ਕਰਦੇ। ਪੈ ਕਾਹੂ ਕੋ ਦੇਤ ਨੈ, ਨੈ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ, ਤਾਹੇ ਬਖਾਨ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ। ਨਾ ਮੈਂ ਡਰਨਾ ਤੇ ਨਾ ਮੈਂ ਡਰਾਉਣ ਚ ਵਿਸ਼ਵਾਸ। ਬਹੁਤ ਧੰਨਵਾਦ ਇਕਾਗਰਤਾ ਵਾਸਤੇ, ਅਸੀਸ ਵਾਸਤੇ। ਪਿਆਰਿਓ, ਜਿਵੇਂ ਮੈਂ ਸਵੇਰ ਸ਼ਾਮ ਦੇ ਦੀਵਾਨਾਂ 'ਚ ਬੇਨਤੀ ਕਰਨਾ, ਇਹ ਬੜਾ ਸੋਹਣਾ ਸਥਾਨ ਬਣ ਗਿਆ। ਬੜੀ ਸਤਿਗੁਰੂ ਦੀ ਕਿਰਪਾ ਹੋਈ ਹੈ, ਲੰਬਾ ਸਮਾਂ ਲੱਗਾ ਹੈ, ਪਰ ਇਹ ਸਾਰੀ ਮਿਹਨਤ ਥਾਂ ਪੈ ਗਈ ਹੈ। ਹੁਣ ਆਪਾਂ ਸਾਰੇ ਆਨੰਦ ਲੈਂਦੇ ਹਾਂ। ਹੁਣ ਵਾਸ਼ਰੂਮਾਂ ਵਾਸਤੇ ਜਿਹੜੇ ਟਾਇਲਟਾਂ ਨੇ, ਉਹਦੇ ਵਾਸਤੇ ਬੇਨਤੀਆਂ ਚੱਲ ਰਹੀਆਂ ਨੇ। ਸਾਹਮਣੇ ਜਿਹੜੀ ਕਾਰਨਰ ਤੇ ਜਗ੍ਹਾ ਹੈ, 28 ਲੱਖ ਦੀ ਉਹ ਜਗ੍ਹਾ ਕਮੇਟੀ ਨੇ ਪਰਚੇਜ ਕਰ ਲਈ ਹੈ। ਕੁਝ ਮਾਇਆ ਦਾ ਪ੍ਰਬੰਧ ਹੋ ਵੀ ਗਿਆ।
ਔਰ ਹੋਰ ਵੀ ਜਿਹੜੀਆਂ ਸੰਗਤਾਂ ਇਹਦੇ ਵਿੱਚ ਆਪਣਾ ਹਿੱਸਾ ਜਾਂ ਯੋਗਦਾਨ ਪਾਉਣਾ ਚਾਹੁੰਦੀਆਂ ਹੋਣ, ਉਹਨਾਂ ਨੂੰ ਬੇਨਤੀ ਹੈ ਵੀ ਉਹ ਹੇਠਾਂ ਦਫ਼ਤਰ 'ਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਪੈਨਸ਼ਨ ਦੇ ਨੇ ਉਹ ਮਾਇਆ ਦੇ ਰਸੀਦ ਦਾਨ ਕਰ ਸਕਦੇ ਨੇ।